ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਧਰਮਪਾਲ ਸਿੰਘ, ਹਿਸਾਬ ਮਾਸਟਰ ਗਵਰਨਮੈਂਟ ਹਾਈ ਸਕੂਲ ਪਤਾਰਾ। ਵਿਦਿਆਰਥੀਓ, ਅੱਜ ਅਸੀਂ ਕਲਾਸ 8ਵੀਂ ਦਾ 12ਵਾਂ ਅਧਿਆਇ ਘਾਤ ਅੰਕ ਅਤੇ ਘਾਤ ਜਿਹੜੇ ਹੈਗੇ ਉਹਦੇ ਬਾਰੇ ਚਰਚਾ ਕਰਾਂਗੇ। ਇਸ ਤੋਂ ਪਹਿਲੋਂ ਵਾਲੇ ਲੈਕਚਰਸ ਦੇ ਵਿੱਚ ਤੁਸੀਂ ਘਾਤ ਅੰਕ ਦੇ ਬਾਰੇ ਜਾਣਿਆ ਹੋਵੇਗਾ ਕਿ ਘਾਤ ਅੰਕ ਕੀ ਹੁੰਦਾ ਹੈ, ਘਾਤਾਂ ਦੇ ਬਾਰੇ ਜਾਣਿਆ ਹੋਵੇਗਾ ਕਿ ਘਾਤ ਕੀ ਹੁੰਦੀ ਹੈ, ਇਹਨਾਂ ਨੂੰ ਕਿੱਥੇ ਆਪਾਂ ਇਸਤੇਮਾਲ ਕਰ ਸਕਦੇ ਹਾਂ, ਉਹਨਾਂ ਸਾਰੀ ਚੀਜ਼ਾਂ ਬਾਰੇ ਤੁਸੀਂ ਜਾਣਕਾਰੀ ਹਾਸਲ ਕੀਤੀ ਹੋਵੇਗੀ। ਅੱਛਾ ਵਿਦਿਆਰਥੀਓ, ਜਦੋਂ ਤੱਕ ਸਾਨੂੰ ਇਹ ਨਾ ਪਤਾ ਲੱਗੇ ਕਿ ਅਸੀਂ ਉਸ ਚੀਜ਼ ਨੂੰ, ਕਿਸੇ ਵੀ ਚੀਜ਼ ਨੂੰ ਕਿਸ ਜਗ੍ਹਾ 'ਚ ਇਸਤੇਮਾਲ ਕਰ ਰਹੇ ਹਾਂ, ਤਦ ਤੱਕ ਉਹ ਅਧਿਆਇ ਜਿਹੜਾ ਹੈਗਾ ਅਸੀਂ ਸਮਝ ਤਾਂ ਲੈਂਦੇ ਹਾਂ, ਲੇਕਿਨ ਸਾਡਾ ਦਿਮਾਗ ਜਿਹੜਾ ਹੈਗਾ ਉਹਨੂੰ ਕਬੂਲ ਕਰਨ ਤੋਂ ਮਨਾ ਕਰ ਦਿੰਦਾ ਹੈ। ਠੀਕ ਹੈ ਜੀ। ਸੋ ਜਿਹੜਾ ਸਾਡਾ ਅੱਜ ਦਾ ਟੌਪਿਕ ਹੈ ਇਸ 12ਵੇਂ ਅਧਿਆਇ ਦਾ ਘਾਤ ਅੰਕ ਅਤੇ ਘਾਤ ਦਾ, ਉਹ ਇਹ ਦੱਸੇਗਾ ਕਿ ਅਸੀਂ ਘਾਤ ਅੰਕ ਅਤੇ ਘਾਤ ਨੂੰ ਕਿੱਥੇ ਇਸਤੇਮਾਲ ਕਰਦੇ ਹਾਂ ਤੇ ਕਿਹੜੀ ਜਗ੍ਹਾ ਦੇ ਵਿੱਚ ਜਿਹੜਾ ਹੈ ਆਪਾਂ ਉਸ ਨੂੰ ਆਪਣੇ ਸੰਖਿਆਵਾਂ ਨੂੰ, ਵੱਡੀਆਂ ਸੰਖਿਆਵਾਂ ਨੂੰ ਛੋਟੇ ਰੂਪ ਵਿੱਚ ਤੇ ਬਹੁਤ ਛੋਟੀਆਂ ਸੰਖਿਆਵਾਂ ਨੂੰ ਇੱਕ ਨਾਰਮਲ ਰੂਪ ਦੇ ਵਿੱਚ, ਮਿਆਰੀ ਰੂਪ ਦੇ ਵਿੱਚ ਜਿਹੜਾ ਹੈਗਾ ਉਹ ਕਿਵੇਂ ਲਿਖ ਸਕਦੇ ਹਾਂ ਤੇ ਉਸ ਦਾ ਸਾਨੂੰ ਕੀ ਫਾਇਦਾ ਹੋ ਸਕਦਾ ਹੈ, ਉਹਨਾਂ ਸਾਰੀਆਂ ਚੀਜ਼ਾਂ ਦੇ ਬਾਰੇ ਜਾਣਕਾਰੀ ਹਾਸਲ ਕਰਾਂਗੇ। ਸਭ ਤੋਂ ਪਹਿਲਾਂ ਹੈ ਵਿਦਿਆਰਥੀਓ, ਅਸੀਂ ਅੱਜ ਦਾ ਟੌਪਿਕ ਕੀਤਾ ਹੈ ਕਿ ਛੋਟੀਆਂ ਸੰਖਿਆਵਾਂ ਨੂੰ ਘਾਤ ਅੰਕਾਂ ਦਾ ਪ੍ਰਯੋਗ ਕਰਕੇ ਮਿਆਰੀ ਰੂਪ ਵਿੱਚ ਦਰਸਾਓ। ਠੀਕ ਹੈ ਵਿਦਿਆਰਥੀਓ, ਇਸ ਤੋਂ ਭਾਵ ਇਹ ਹੈ ਕਿ ਸਾਡੇ ਕੋਲ ਛੋਟੀਆਂ ਸੰਖਿਆਵਾਂ, ਇੱਥੇ ਤਾਂ ਮੈਂ ਕਹਿੰਦਾ ਛੋਟੀਆਂ ਸੰਖਿਆਵਾਂ ਦਾ ਜ਼ਿਕਰ ਕੀਤਾ ਹੈ, ਲੇਕਿਨ ਜ਼ਰੂਰੀ ਨਹੀਂ ਕਿ ਛੋਟੀਆਂ, ਬਹੁਤ ਵੱਡੀਆਂ ਸੰਖਿਆਵਾਂ ਵੀ ਹੋ ਸਕਦੀਆਂ। ਇਸ ਦੇ ਲਈ ਵਿਦਿਆਰਥੀਓ ਆਪਾਂ ਨਾ ਇੱਕ ਦੋ ਉਦਾਹਰਨਾਂ ਲੈ ਕੇ ਚੱਲਦੇ ਹਾਂ। ਪਹਿਲਾਂ ਆਪਾਂ ਇਸ ਟੌਪਿਕ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੈਨੂੰ ਵੈਸੇ ਹੀ ਕਿਸੇ ਮੇਰੇ ਮਿੱਤਰ ਨੇ ਕਿਹਾ, ਕਹਿੰਦਾ ਕੀ ਤੈਨੂੰ ਪਤਾ ਹੈ ਕਿ ਧਰਤੀ ਤੇ ਸੂਰਜ ਦੀ ਦੂਰੀ ਕਿੰਨੀ ਹੈ, ਜਾਂ ਫਿਰ ਧਰਤੀ ਤੇ ਜਿਹੜਾ ਸਾਡਾ ਪਹਿਲਾ ਸਭ ਤੋਂ ਲਾਗਵੇਂ ਵਾਲਾ ਤਾਰਾ ਸੂਰਜ ਨੂੰ ਛੱਡ ਕੇ ਅਲਫਾ ਸੈਂਚੁਰੀ ਹੈ, ਉਸ ਤੱਕ ਸਾਡੇ ਦੂਰੀ ਕਿੰਨੀ ਹੈ? ਮੈਂ ਕਿਹਾ ਬਈ ਮੈਨੂੰ ਤਾਂ ਨਹੀਂ ਪਤਾ। ਅੱਛਾ, ਉਸਨੇ ਵੀ ਕੀ ਕੀਤਾ, ਉਸਨੇ ਇੱਕ ਅੰਦਾਜ਼ਾ ਮਤਲਬ ਉਸਨੇ ਮੈਨੂੰ ਬੇਵਕੂਫ ਬਣਾਉਣ ਲਈ ਕਹਿ ਲਓ ਜਾਂ ਕੁਝ ਵੀ ਕਹਿ ਲਓ, ਉਸਨੇ ਮੈਨੂੰ ਕਿਹਾ ਪਤਾ ਕਿੰਨੇ ਮੀਟਰ ਹੈ? ਆ ਦੇਖੋ, ਉਹਨੇ ਕਿਹਾ 1 2 3 4 5 6 7 8 9 10 11 12 13 14 15 16 17 18 19, ਕਹਿੰਦਾ ਇੰਨੇ ਮੀਟਰ ਹੈ ਜੀ। ਠੀਕ ਹੈ ਜੀ। ਅੱਛਾ, ਐਡੀ ਵੱਡੀ ਰਕਮ ਦੇਖ ਕੇ ਮੈਂ ਵੈਸੇ ਹੀ ਕਹਿਤਾ, ਮੈਂ ਕਿਹਾ ਹੋ ਸਕਦਾ ਹੋਵੇ। ਠੀਕ ਹੈ ਜੀ। ਪਰ ਜੇਕਰ ਇਹੀ ਚੀਜ਼ ਨੂੰ ਮੈਂ ਕਿਸੇ ਹੋਰ ਨੂੰ ਦੱਸਣਾ ਹੋਵੇ ਤਾਂ ਮੈਂ ਕੀ ਕਰਾਂਗਾ? ਮੈਂ ਸਭ ਤੋਂ ਪਹਿਲਾਂ ਦੇਖੋ ਕਿੰਨੀ ਮੁਸ਼ਕਿਲ ਚੀਜ਼ ਹੈ ਵਿਦਿਆਰਥੀਓ, ਪਹਿਲਾਂ ਲਰਨ ਕਰਨਾ ਪਏਗਾ। 1 2 3 4 5 6 7 8 9 10 11 12 13 14 15 16 17 18 19 ਸਿਫਰਾਂ ਲੱਗੀਆਂ ਨੇ ਇੱਕ ਦੇ ਪਿੱਛੇ। ਫਿਰ ਜਾ ਕੇ ਸਾਨੂੰ ਇਹ ਚੀਜ਼ ਪਤਾ ਲੱਗਦੀ ਹੈ ਕਿ ਇਹ ਜਿਹੜੀ ਚੀਜ਼ ਹੈ ਇਹ ਕਿੰਨੀ ਵੱਡੀ ਚੀਜ਼ ਹੈ ਨਾ, ਇਹ ਕਿੰਨਾ ਵੱਡੀ ਰਕਮ ਹੈ। ਹੁਣ ਇਸ ਹੀ ਰਕਮ ਨੂੰ ਜਿਹੜਾ ਮਿਆਰੀ ਰੂਪ ਦੇ ਵਿੱਚ ਲਿਖਣਾ ਜਿਹੜਾ ਹੈਗਾ ਨਾ, ਉਹੀ ਸਾਡਾ ਅੱਜ ਦਾ ਜਿਹੜਾ ਟੌਪਿਕ ਹੈ ਕਿ ਕੋਈ ਬਹੁਤ ਵੱਡੀ ਚੀਜ਼ ਹੈ ਉਸ ਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਕਿਵੇਂ ਲਿਆ ਸਕੀਏ। ਠੀਕ ਹੈ ਜੀ। ਮੈਂ ਤੁਹਾਨੂੰ ਦੱਸਣਾ ਹੋਵੇ ਤਾਂ ਮੈਂ ਤੁਹਾਨੂੰ ਕੀ ਦੱਸਾਂ ਕਿ 1 0 0 0 0 0 0 0 ਕਰਕੇ ਜਦ ਤੱਕ ਮੈਂ ਜ਼ੀਰੋਆਂ ਬੋਲੂੰਗਾ ਤੁਹਾਨੂੰ ਇਹੀ ਭੁੱਲ ਜਾਣਾ ਕਿ ਮੈਂ ਜ਼ੀਰੋਆਂ ਕਿੰਨੀਆਂ ਬੋਲੀਆਂ ਹਨ। ਠੀਕ ਹੈ ਜੀ। ਸੋ ਇਸ ਚੀਜ਼ ਨੂੰ ਮਿਆਰੀ ਰੂਪ ਦੇ ਵਿੱਚ ਲਿਖਣ ਦੇ ਲਈ ਐਡੀਆਂ ਵੱਡੀਆਂ ਰਕਮਾਂ ਨੂੰ ਜਾਂ ਫਿਰ ਇਸ ਤਰ੍ਹਾਂ ਦੀਆਂ ਹੀ ਬਹੁਤ ਛੋਟੀਆਂ ਰਕਮਾਂ ਨੂੰ, ਜਿਵੇਂ ਅਸੀਂ ਅਣੂਆਂ ਦੇ ਬਾਰੇ ਪੜ੍ਹਦੇ ਹਾਂ ਹਨਾ, ਐਟਮ ਦੇ ਬਾਰੇ ਪੜ੍ਹਦੇ ਹਾਂ, ਕੋਈ ਤੁਹਾਨੂੰ ਇਹ ਪੁੱਛ ਲਵੇ ਕਿ ਬਈ ਐਟਮ ਦਾ ਜਿਹੜਾ ਵਿਆਸ ਹੈ ਉਹ ਕਿਹਦੇ ਬਰਾਬਰ ਹੈ ਜੀ, ਉਹਦਾ ਅਰਧ ਵਿਆਸ ਕਿਹਦੇ ਬਰਾਬਰ ਹੈ? ਐਟਮ ਦੇ ਅੰਦਰ ਨਿਊਕਲੀਅਸ ਹੁੰਦਾ ਹੈ ਜੀ ਇੱਕ, ਠੀਕ ਹੈ ਜੀ, ਉਹਦਾ ਵਿਆਸ ਕਿਹਦੇ ਬਰਾਬਰ ਹੈ ਜਾਂ ਉਹਦਾ ਅਰਧ ਵਿਆਸ ਕਿਹਦੇ ਬਰਾਬਰ ਹੈ ਜਾਂ ਕਿੰਨਾ ਵੱਡਾ ਹੋਏਗਾ? ਸੋਚੋ ਯਾਰ, ਜਿਹੜੀ ਚੀਜ਼ ਨਜ਼ਰ ਹੀ ਨਹੀਂ ਆ ਰਹੀ ਹੈ ਉਹਦਾ ਅਰਧ ਵਿਆਸ ਕਿੰਨਾ ਛੋਟਾ ਹੋਏਗਾ। ਠੀਕ ਹੈ ਜੀ। ਤਾਂ ਉਸ ਚੀਜ਼ ਨੂੰ ਅਸੀਂ ਕਿਵੇਂ ਦੱਸ ਸਕਦੇ ਹਾਂ, ਉਹਨਾਂ ਚੀਜ਼ਾਂ ਦੇ ਬਾਰੇ ਵੀ ਆਪਾਂ ਜ਼ਿਕਰ ਕਰ ਰਹੇ ਹਾਂ ਤੇ ਕਿੰਨੀ ਵੱਡੀ ਰਕਮ ਜਿਹੜੀ ਹੈਗੀ ਆਪਾਂ ਲਿਖੀ ਹੋਈ ਆ ਉਸ ਚੀਜ਼ ਦੇ ਬਾਰੇ ਵੀ ਆਪਾਂ ਇੱਥੇ ਜ਼ਿਕਰ ਕਰ ਰਹੇ ਹਾਂ। ਜਿਵੇਂ ਮੰਨ ਲਓ ਇਹੀ ਚੀਜ਼ ਹੈ, ਆਪਾਂ ਵਿਆਸ ਦੀ ਐਟਮ ਦੀ ਗੱਲ ਕਰੀਏ, ਨਿਊਕਲੀਅਸ ਦੀ ਗੱਲ ਕਰੀਏ, ਮੈਂ ਸਿਰਫ ਅੰਦਾਜ਼ਾ ਲਗਾ ਰਿਹਾ ਹਾਂ। ਮੇਰੀਆਂ ਰਕਮਾਂ ਨੂੰ, ਇਹਨਾਂ ਨੂੰ ਤੁਸੀਂ ਸੱਚ ਦੇ ਨਾਲ ਉਹ ਬ੍ਰੇਕ ਕੇ ਨਹੀਂ ਦੇਖਣਾ ਕਿ ਵੀ ਐਟਮ ਦਾ, ਮੈਂ ਤੁਹਾਨੂੰ ਕਹਿ ਰਿਹਾ ਵੈਸੇ ਹੀ ਮੈਨੂੰ ਕਿਸੇ ਨੇ ਦੱਸਿਆ ਕਿ ਜਿਹੜਾ ਐਟਮ ਹੈ ਉਹ ਇੱਕ ਦਾ, ਮੰਨ ਲਓ ਆ 3 ਤੇ 3 6 7, ਇੱਕ ਦੇ ਪਿੱਛੇ 7 ਜ਼ੀਰੋਵਾਂ ਹਿੱਸਾ ਇੰਨੇ ਮੀਟਰ ਹੈ ਜੀ। ਠੀਕ ਹੈ ਜੀ। ਹੁਣ ਇਹ ਮਤਲਬ 1 ਮੀਟਰ ਦਾ ਇੰਨੇ ਟੁਕੜੇ ਕਰ ਦਿੱਤੇ ਜਾਣ ਤਾਂ ਫਿਰ ਉਹਦਾ ਜਿਹੜਾ ਇੱਕ ਉਹਦਾ ਅਰਧ ਵਿਆਸ ਆਂਦਾ ਹੋਏਗਾ, ਕਿਸੇ ਵੀ ਚੀਜ਼ ਦਾ ਆਪਾਂ ਮੰਨ ਲੈਂਦੇ ਆ। ਠੀਕ ਹੈ। ਕਿੰਨੀ ਛੋਟੀ ਰਕਮ ਹੈ। ਠੀਕ ਹੈ ਜੀ। ਕਿ ਇਸ ਨੂੰ ਵੀ ਲਿਖਣ ਦਾ ਕੋਈ ਵੱਖਰਾ ਢੰਗ ਹੋਣਾ ਚਾਹੀਦਾ ਹੈ ਜਾਂ ਹੈ? ਠੀਕ ਹੈ ਜੀ। ਉਹੀ ਚੀਜ਼ ਦੇ ਬਾਰੇ, ਉਹਨਾਂ ਚੀਜ਼ਾਂ ਦੇ ਬਾਰੇ ਹੀ ਜਿਹੜਾ ਅੱਜ ਦਾ ਸਾਡਾ ਟੌਪਿਕ ਹੈ ਉਹ ਚਰਚਾ ਜਿਹੜਾ ਹੈਗਾ ਉਹਦੀ ਕਰੇਗਾ। ਆਓ ਵਿਦਿਆਰਥੀਓ, ਇਹ ਤਾਂ ਸਿਰਫ ਉਦਾਹਰਨਾਂ ਲੈ ਕੇ ਚੱਲਿਆ ਸੀ ਮੈਂ। ਹੁਣ ਅਸੀਂ ਕੀ ਕਰਦੇ ਹਾਂ, ਇਹਨਾਂ ਉਦਾਹਰਨਾਂ ਦੇ ਨਾਲ ਹੀ ਜਿਹੜੀਆਂ ਰੀਅਲਿਸਟਿਕ ਚੀਜ਼ਾਂ ਹੈ ਉਹਨਾਂ ਦੀ ਜਰਾ ਚਰਚਾ ਕਰਕੇ ਦੇਖਦੇ ਹਾਂ।
ਹੁਣ ਜਿਹੜੀ ਚੀਜ਼ ਮੈਂ ਕਹਾਂਗਾ ਉਹ ਬਿਲਕੁਲ ਸਹੀ ਤੇ ਦਰੁਸਤ ਹੋਏਗੀ। ਹਲੇ ਤੱਕ ਜਿਹੜੀ ਮੈਂ ਚੀਜ਼ ਕਹੀ ਸੀ ਉਹ ਇੱਕ ਅੰਦਾਜ਼ਾ ਸੀ। ਸਭ ਤੋਂ ਪਹਿਲੀ ਚੀਜ਼ ਹੈ ਵਿਦਿਆਰਥੀਓ, ਪ੍ਰਿਥਵੀ ਆਪਾਂ ਗੱਲ ਕੀਤੀ ਸੀ ਹੁਣੀ, ਪ੍ਰਿਥਵੀ ਤੋਂ ਸੂਰਜ ਦੀ, ਦੇਖੋ ਧਰਤੀ ਤੇ ਸੂਰਜ ਸਭ ਤੋਂ ਲਾਗਵੀਂ ਚੀਜ਼ਾਂ ਨੇ ਜਿਹੜੀਆਂ ਚੀਜ਼ਾਂ ਆਪਾਂ ਦੋਵੇਂ ਦੇਖ ਸਕਦੇ ਹਾਂ, ਧਰਤੀ ਵੀ ਤੇ ਸੂਰਜ ਦੀ। ਧਰਤੀ ਤੋਂ ਸੂਰਜ ਦੀ ਦੂਰੀ ਦੇਖੋ ਕਿੰਨੀ ਬਰਾਬਰ ਹੈ, ਮੈਂ ਇੱਥੇ ਲਿਖਣ ਲੱਗਾ ਹਾਂ 149,600,000,000 ਮੀਟਰ ਹੈ। ਸਭ ਤੋਂ ਪਹਿਲਾਂ ਇਹ ਚੀਜ਼ ਆ ਗਈ। ਅਸੀਂ ਵਿਦਿਆਰਥੀਓ 1 by 1 ਕਰਾਂਗੇ ਤੇ ਉਸ ਦੇ ਨਾਲ ਹੀ ਉਸ ਚੀਜ਼ ਨੂੰ ਥੋੜਾ ਜਿਹਾ ਅੱਗੇ ਫਿਰ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲਾਂ ਆ ਗਿਆ ਪ੍ਰਿਥਵੀ ਤੋਂ ਸੂਰਜ ਦੀ ਦੂਰੀ ਜਿਹੜੀ ਹੈਗੀ ਉਹ ਇੰਨੇ ਮੀਟਰ ਹੈ। ਤਾਂ ਇਸ ਚੀਜ਼ ਨੂੰ ਮੈਂ ਕਿਸ ਢੰਗ ਨਾਲ ਲਿਖ ਸਕਦਾ ਹਾਂ? ਠੀਕ ਹੈ ਜੀ, ਪਹਿਲਾਂ ਇਹਦੀ ਚਰਚਾ ਕਰਾਂਗੇ, ਹੌਲੀ ਹੌਲੀ ਕਰਕੇ ਆਪਾਂ ਹੋਰ ਐਗਜ਼ਾਮਪਲਾਂ ਵੀ ਕਰਦੇ ਰਵਾਂਗੇ ਤਾਂ ਉਹਨਾਂ ਦੀ ਚਰਚਾ ਵੀ ਆਪਾਂ ਨਾਲ ਦੇ ਨਾਲ ਕਰਦੇ ਰਵਾਂਗੇ। ਠੀਕ ਹੈ, ਹੁਣ ਦੇਖਦੇ ਹਾਂ ਜੀ ਆਹ ਚੀਜ਼ ਆ ਗਈ ਇੰਨੇ ਮੀਟਰ। ਇਸ ਚੀਜ਼ ਨੂੰ ਮੈਂ ਦੁਬਾਰਾ ਫਿਰ ਜਿਹੜਾ ਹੈ ਇੱਥੇ ਅਲੱਗ ਤੌਰ ਦੇ ਉੱਤੇ ਲਿਖ ਕੇ ਲਿਖਦਾ ਹਾਂ 149,600,000,000 ਇਹ ਚੀਜ਼ ਆ ਗਈ ਸੀ। ਅੱਛਾ, ਇਹ ਡਾਟ ਮੈਂ ਕਿਉਂ ਪਾਇਆ? ਕਿਉਂਕਿ ਅਸੀਂ ਜਦੋਂ ਛੋਟੀ ਕਲਾਸ ਦੇ ਵਿੱਚ ਦਸ਼ਮਲਵ ਦਾ ਕਨਸੈਪਟ ਕੀਤਾ ਸੀ, ਅਸੀਂ ਇਹ ਕਿਹਾ ਸੀਗਾ ਕਿ ਮੰਨ ਲਓ ਤੁਹਾਡੇ ਕੋਲ ਇੱਥੇ ਮੈਂ ਸਾਈਡ ਤੇ ਲਿਖਣ ਲੱਗਾ, ਮੰਨ ਲਓ ਤੁਹਾਡੇ ਕੋਲ 2 ਹੈ, ਕੱਲਾ 2 ਨੰਬਰ ਲਿਖਿਆ ਤੁਸੀਂ, ਇਸ ਦਾ ਅਰਥ 2.0 ਜਿਹੜਾ ਹੈਗਾ ਉਹ ਲਿਖ ਸਕਦੇ ਹਾਂ ਅਸੀਂ। ਠੀਕ ਹੈ ਜੀ, ਕੋਈ ਵੀ ਜਿਹੜਾ ਨੰਬਰ ਹੁੰਦਾ ਹੈ ਉਹਦੇ ਐਂਡ ਦੇ ਵਿੱਚ 0 ਹੁੰਦਾ, ਉਸ ਤੋਂ ਬਾਅਦ ਜੇਕਰ ਉਹ ਦਸ਼ਮਲਵ ਵਿੱਚ ਨਹੀਂ ਹੈ ਤਾਂ ਮਤਲਬ ਹੁੰਦਾ 0.0 ਆਪਾਂ ਲਿਖ ਸਕਦੇ ਹਾਂ ਉਹਨੂੰ। ਠੀਕ ਹੈ ਜੀ, ਸੋ ਆਹ ਚੀਜ਼ ਦੇ ਹਿਸਾਬ ਦੇ ਨਾਲ ਅਸੀਂ ਜਿਹੜਾ ਹੈ ਇਸ ਚੀਜ਼ ਨੂੰ ਕੀ ਕਰ ਦਿੱਤਾ, 0.0 ਕਰ ਦਿੱਤਾ, ਇੱਥੇ ਦਸ਼ਮਲਵ। ਠੀਕ ਹੈ ਜੀ, ਹੁਣ ਇਸ ਨੂੰ ਜੇਕਰ ਮੈਂ ਮਿਆਰੀ ਰੂਪ ਦੇ ਵਿੱਚ ਲਿਖਣਾ ਚਾਹੁੰਦਾ ਹਾਂ ਤੇ ਮੈਂ ਕੀ ਕਰਾਂਗਾ ਵਿਦਿਆਰਥੀਓ, ਮੈਂ ਸੱਜੇ ਤੋਂ ਖੱਬੇ ਵੱਲ ਨੂੰ, ਠੀਕ ਹੈ, ਮੂਵ ਕਰਾਂਗਾ। ਮੈਂ ਇਸ ਦਸ਼ਮਲਵ ਨੂੰ ਕਿੱਥੇ ਲੈ ਕੇ ਜਾਣਾ ਚਾਹੁੰਦਾ? ਮੈਂ ਚਾਹੁੰਦਾ ਹਾਂ ਕਿ ਇਹ ਦਸ਼ਮਲਵ ਇੱਥੇ ਆ ਜਾਵੇ। ਇੱਥੇ ਦਸ਼ਮਲਵ ਦੀ ਮੈਂ ਜਗ੍ਹਾ ਨਿਸ਼ਚਿਤ ਕੀਤੀ ਹੈ ਕਿ ਇਸ ਦਸ਼ਮਲਵ ਨੂੰ ਮੈਂ ਜੇਕਰ ਇੱਥੇ ਚੱਕ ਕੇ ਲੈ ਆਵਾਂ ਤਾਂ ਮੈਨੂੰ ਕਿਸ ਢੰਗ ਨਾਲ ਲਿਆਉਂਗਾ? ਤੁਸੀਂ ਦੇਖਿਓ ਜਰਾ ਧਿਆਨ ਨਾਲ ਵਿਦਿਆਰਥੀਓ, ਦਸ਼ਮਲਵ ਨੂੰ ਪਹਿਲਾਂ ਇੱਥੇ ਲੈ ਕੇ 1 2 3 4 5 6 7 8 9 10 ਤੇ ਆ ਜਿਹੜੀ ਜਗ੍ਹਾ ਸੀ ਇਹ 11ਵੀਂ ਜਗ੍ਹਾ ਸੀ। ਆਪਾਂ ਨੋਟ ਕਰ ਲੈਣੇ ਆ, ਦੇਖੋ 1 2 3 4 5 6 7 8 9 10 11 ਯਾਨੀ ਕਿ 1 ਤੋਂ ਲੈ ਕੇ 11 ਤੱਕ ਜਿਹੜੀ ਹੈਗੀ ਆ ਉਹ ਸਾਡੇ ਕੋਲ ਗਿਣਤੀ ਆ ਗਈ ਹੈ ਕਿ ਇਹ ਦਸ਼ਮਲਵ ਨੂੰ ਜਦੋਂ ਮੈਂ ਸੱਜੇ ਤੋਂ ਖੱਬੇ ਵੱਲ ਨੂੰ ਲੈ ਕੇ ਜਾਣਾ ਹੋਊਗਾ ਤੇ ਮੈਂ ਇਹਦੀ ਦੇਖੋ ਰੁਕ ਕਿਤੇ ਵੀ ਸਕਦੇ ਆ, ਮੈਂ ਇੱਥੇ ਰੁਕਣਾ ਵਾਜਿਬ ਸਮਝਿਆ ਤੁਸੀਂ, ਕੋਈ ਨਹੀਂ ਸਰ ਮੈਂ ਇੱਥੇ ਰੁਕਣਾ, ਮੈਂ ਇੱਥੇ ਰੁਕਣਾ। ਠੀਕ ਹੈ, ਉਸ ਹਿਸਾਬ ਦੇ ਨਾਲ ਉਸ ਚੀਜ਼ ਨੂੰ ਲਿਖਿਆ ਜਾ ਸਕਦਾ। ਹਲੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਬੇਸਿਕ ਚੀਜ਼ ਕਰਵਾਉਣ ਲੱਗਾ, ਉਸ ਤੋਂ ਬਾਅਦ ਇਸ ਚੀਜ਼ ਦੇ ਨਾਲ ਤੁਸੀਂ ਕਿਵੇਂ ਛੇੜਖਾਨੀ ਕਰਨੀ ਹੈ ਉਹ ਤੁਸੀਂ ਆਪਣੇ ਲੈਵਲ ਦੇ ਉੱਤੇ ਆਪ ਟਰਾਈ ਕਰ ਸਕਦੇ ਹੋ, ਜਿੰਨੀਆਂ ਮਰਜ਼ੀ ਟਰਾਈ ਕਰ ਸਕਦੇ ਹੋ। ਠੀਕ ਹੈ ਜੀ, ਮੈਂ ਇਸ ਨੂੰ ਇੱਥੇ ਲੈ ਕੇ ਜਾਣਾ ਚਾਹੁੰਦਾ ਤਾਂ ਮੈਂ ਕਿੰਨੇ ਜਿਹੜੇ ਰਸਤੇ ਤੈਅ ਕੀਤੇ ਨੇ, ਕਿੰਨੇ ਡਿਜਿਟਸ ਤੈਅ ਕੀਤੇ ਨੇ, ਕਿੰਨੇ ਅੰਕਾਂ ਨੂੰ ਛੇੜਿਆ ਮੈਂ? 1 2 3 4 5 6 7 8 9 10 11, ਇਸ ਨੂੰ ਮੈਂ 11 ਅੰਕਾਂ ਤੱਕ ਅੱਗੇ ਲੈ ਕੇ ਆਇਆ ਹੈ। ਸੋ ਇਸ ਦਾ ਅਰਥ ਹੈ ਹੁਣ ਮੈਂ ਇਸ ਨੂੰ ਕੀ ਲਿਖਾਂਗਾ, ਧਿਆਨ ਲਿਖਿਓ ਵਿਦਿਆਰਥੀਓ, ਇਸ ਨੂੰ ਹੁਣ ਮੈਂ ਲਿਖਾਂਗਾ 1 ਦਸ਼ਮਲਵ, ਦੇਖੋ ਆ ਦਸ਼ਮਲਵ ਨੂੰ ਇੱਥੇ ਲਿਖ ਦਿੱਤਾ ਹੈ। ਠੀਕ ਹੈ ਜੀ, 1.496, ਠੀਕ ਹੈ ਜੀ, ਇਹ ਲਿਖ ਦਿੱਤਾ। ਅੱਗੇ 0.000 ਮੈਂ ਨਹੀਂ ਲਿਖਾਂਗਾ। ਕਿਉਂ ਨਹੀਂ ਲਿਖਾਂਗਾ ਵਿਦਿਆਰਥੀਓ? ਉਹਦਾ ਕਾਰਨ ਦੱਸੋ। ਉਹਦਾ ਕਾਰਨ ਤੁਸੀਂ ਜਾਣਦੇ ਹੋ, ਕਿਉਂਕਿ ਦਸ਼ਮਲਵ ਤੋਂ ਬਾਅਦ ਜਦੋਂ ਵੀ ਕਿਸੇ ਸੰਖਿਆ ਦੇ ਪਿੱਛੇ 0 ਲਿਖਿਆ ਹੁੰਦਾ ਹੈ, ਆ ਦਸ਼ਮਲਵ ਹੈ ਨਾ, ਜੇ ਮੈਂ ਤਾਂ 0 ਲਿਖ ਦਿੰਦਾ ਤਾਂ ਉਹਦਾ ਕੋਈ ਮਤਲਬ ਹੀ ਨਹੀਂ ਹੈਗਾ, ਕਿਉਂਕਿ ਦਸ਼ਮਲਵ ਤੋਂ ਬਾਅਦ ਕਿਸੇ ਸੰਖਿਆ ਦੇ ਉੱਤੇ ਪਿੱਛੇ 0 ਲਿਖਿਆ ਹੋਵੇ ਲਾਸਟ ਦੇ ਵਿੱਚ, ਉਸ ਦੀ ਕੋਈ ਵੈਲਿਊ ਨਹੀਂ ਹੁੰਦੀ। ਠੀਕ ਹੈ ਜੀ, ਜਿਵੇਂ ਦਸ਼ਮਲਵ ਪਹਿਲੋਂ ਜੇਕਰ ਇਸ 1 ਦੇ ਅੱਗੇ ਮੈਂ 0 ਪਾ ਦਵਾਂ ਤਾਂ ਉਸ ਦੀ ਕੋਈ ਕੀਮਤ ਨਹੀਂ ਹੈਗੀ, ਉਸੇ ਤਰੀਕੇ ਨਾਲ ਇਹਦੇ ਵਿੱਚ ਵੀ 0 ਪਾ ਦਵਾਂ ਤਾਂ ਉਹਦੀ ਵੀ ਕੋਈ ਵੈਲਿਊ ਨਹੀਂ ਹੁੰਦੀ ਹੈ। ਸੋ ਇਸ ਦਾ ਮਤਲਬ ਉਹ ਨਹੀਂ ਲਿਖਾਂਗਾ ਮੈਂ। ਠੀਕ ਹੈ ਜੀ, ਫਿਰ ਮੈਂ ਲਿਖਾਂਗਾ 10 into ਯਾਨੀ ਕਿ ਗੁਣਾ 10 ਦੀ ਘਾਤ ਕਿੰਨੀ? ਇਸ 0 ਨੂੰ ਮੈਂ ਕਿੰਨੇ ਅਕਸ਼ਰ ਤੇ ਲੈ ਕੇ ਗਿਆ? ਮੈਂ 11 ਅਕਸ਼ਰ ਤੇ ਲੈ ਕੇ ਗਿਆ। 1 2 3 4 5 7 8 9 10 11, ਇਸ ਦਾ ਮਤਲਬ ਮੈਂ ਲਿਖਾਂਗਾ ਗੁਣਾ 11। ਸੋ ਇਹ ਜਿਹੜਾ ਹੈ ਵਿਦਿਆਰਥੀਓ ਇਸ ਏਡੇ ਵੱਡੇ ਨੰਬਰ ਦਾ ਮਿਆਰੀ ਰੂਪ ਆ ਬਣ ਗਿਆ। ਇਹ ਸੀਗਾ 149,140,000,000 ਨੂੰ ਮੈਂ ਕੀ ਲਿਖਿਆ? 1.496 ਗੁਣਾ 10 ਦੀ ਘਾਤ 11 ਲਿਖਿਆ। ਸੋ ਇਹ ਏਡੀ ਵੱਡੀ ਰਕਮ ਦਾ ਮਿਆਰੀ ਰੂਪ ਜਿਹੜਾ ਹੈਗਾ ਉਹ ਬਹੁਤ ਹੀ ਸਿੰਪਲ ਤੇ ਸੌਖਾ ਸਾਡੇ ਸਾਹਮਣੇ ਆ ਗਿਆ ਹੈ। ਠੀਕ ਹੈ, ਆਓ ਵਿਦਿਆਰਥੀਓ ਇਸ ਤਰ੍ਹਾਂ ਦੀਆਂ ਕੁਝ ਇੱਕ ਹੋਰ ਐਗਜ਼ਾਮਪਲਾਂ ਜਿਹੜੀਆਂ ਹੈਗੀਆਂ ਆਪਾਂ ਨਾਲ ਦੇ ਨਾਲ ਕਰਦੇ ਹਾਂ। ਜੇਕਰ ਇਹ ਚੀਜ਼ ਹਜੇ ਵੀ ਤੁਹਾਨੂੰ ਨਹੀਂ ਪਤਾ ਲੱਗੀ ਤਾਂ ਕੋਈ ਗੱਲ ਨਹੀਂ, ਆਪਾਂ ਇਸ ਦੀਆਂ ਐਗਜ਼ਾਮਪਲ ਜਿੱਦਾਂ ਅੱਗੇ ਚੱਲਦੇ ਰਵਾਂਗੇ ਤਾਂ ਉਹਨਾਂ ਚੀਜ਼ਾਂ ਨੂੰ ਅਸੀਂ ਸਮਝਦੇ ਰਵਾਂਗੇ। ਆਓ ਵਿਦਿਆਰਥੀਓ ਚੱਲੀਏ ਅਸੀਂ ਆਪਾਂ ਅਗਲੀ ਉਦਾਹਰਨ ਵੱਲ। ਅਗਲੀ ਉਦਾਹਰਨ ਜਿਹੜੀ ਹੈ ਸਾਡੀ ਉਹ ਕੀ ਹੋਏਗੀ?
ਆਪਾਂ ਸਾਰੀਆਂ ਜਿੰਨੀਆਂ ਵੀ ਉਦਾਹਰਨਾਂ ਅੱਜ ਕਰਨੀਆਂ ਹਨ ਉਹ ਸਾਰੀਆਂ ਉਦਾਹਰਨਾਂ ਸਾਨੂੰ ਕਿਸੇ ਵੀ ਵੱਡੇ ਨੰਬਰ ਨੂੰ ਜਾਂ ਕਿਸੇ ਵੀ ਛੋਟੇ ਨੰਬਰ ਨੂੰ ਮਿਆਰੀ ਰੂਪ ਵਿੱਚ ਲਿਖਣ ਵਿੱਚ ਹੈਲਪਫੁਲ ਹੋਣਗੀਆਂ। ਠੀਕ ਹੈ ਜੀ। ਇੱਕ ਦੂਸਰੀ ਉਦਾਹਰਣ ਜਿਹੜੀ ਮੈਂ ਲਈ ਹੈ ਉਹ ਵਿਦਿਆਰਥੀਓ ਬੜੀ ਕਾਮਨ ਜੀ ਉਦਾਹਰਣ ਹੈ। ਠੀਕ ਹੈ ਜੀ। ਪ੍ਰਕਾਸ਼ ਦੀ ਗਤੀ ਕਿੰਨੀ ਹੈ ਵਿਦਿਆਰਥੀਓ 300,000,000 ਮੀਟਰ ਪਰ ਸੈਕਿੰਡ ਯਾਨੀ ਕਿ ਪ੍ਰਤੀ ਮੀਟਰ ਸੈਕਿੰਡ ਜਿਹੜੀ ਹੈਗੀ ਆ ਉਹ ਇਹਦੀ ਗਤੀ ਦਿੱਤੀ ਹੋਈ ਹੈ। ਅਸੀਂ ਇਸ ਗਤੀ ਨੂੰ ਐਡੀ ਵੱਡੀ ਗਤੀ ਨੂੰ ਮਿਆਰੀ ਰੂਪ ਦੇ ਵਿੱਚ ਲਿਖਣਾ ਚਾਹੁੰਦਾ ਹਾਂ ਕਿ ਇਹਨੂੰ ਕਿਸ ਢੰਗ ਨਾਲ ਮੈਂ ਸ਼ਾਰਟ ਫਾਰਮ ਦੇ ਵਿੱਚ ਲਿਖ ਸਕਦਾ ਹਾਂ। ਦੇਖੋ ਇਹਨੂੰ ਫਿਰ ਦੁਬਾਰਾ ਮੈਂ ਲਿਖਦਾ ਹੈ ਇੱਥੇ 0 0 0 0 0 0 0 ਆ ਸੀ ਵਿਦਿਆਰਥੀਓ। ਲਾਸਟ ਦੇ ਵਿੱਚ ਦਸ਼ਮਲਵ ਆਏਗਾ ਤਾਂ 0 ਆਏਗਾ। ਇਹ ਤਾਂ ਹੋਏਗਾ ਹੀ ਹੋਏਗਾ। ਕਿਉਂ? ਕਿਉਂਕਿ ਮੈਂ ਦੱਸਿਆ ਜਦੋਂ ਵੀ ਕੋਈ ਨੰਬਰ ਹੁੰਦਾ ਹੈ ਉਹਦੇ ਲਾਸਟ ਦੇ ਵਿੱਚ ਦਸ਼ਮਲਵ ਤੋਂ ਬਾਅਦ 0 ਆਏਗਾ। ਜੇ ਉੱਥੇ ਆਲਰੇਡੀ ਦਸ਼ਮਲਵ ਨਹੀਂ ਹੈਗਾ ਤਾਂ ਦਸ਼ਮਲਵ ਮੈਂ ਆਪ ਲਗਾਤਾ ਉਸ ਤੋਂ ਬਾਅਦ 0 ਲਗਾਤਾ। ਹੁਣ ਮੈਂ ਇਸ ਦਸ਼ਮਲਵ ਨੂੰ ਕਿੱਥੇ ਲਿਜਾਣਾ ਚਾਹੁੰਦਾ? ਮੈਂ ਚਾਹੁੰਦਾ ਕਿ ਇੱਥੇ ਆ ਜਾਵੇ ਜਿੱਥੋਂ ਸਾਡੇ 0 ਤੋਂ ਇਲਾਵਾ ਕੋਈ ਅੰਕ ਸ਼ੁਰੂ ਹੁੰਦੇ ਹਨ ਉੱਥੇ ਤੱਕ ਮੈਂ ਇਹਨੂੰ ਲੈ ਕੇ ਆ ਗਿਆ। ਇਹਨੂੰ ਮੈਂ ਇੱਥੇ ਲੈ ਕੇ ਆਣਾ ਤਾਂ ਕਿੱਦਾਂ ਆਵਾਂਗਾ? ਇਹਨੂੰ ਮੈਂ ਇੱਧਰ ਮੂਵ ਕਰਾਂਗਾ ਸੱਜੇ ਤੋਂ ਖੱਬੇ ਵੱਲ ਨੂੰ। 1 2 3 4 5 6 7 8 ਠੀਕ ਹੈ ਜੀ। ਦੇਖ ਲੈਣੇ ਆਪਾਂ। ਦੇਖੋ 1 2 3 4 5 6 7 8 यानी कि इस दशमलव ਨੂੰ मैं 8 डिजिट 8 अंक ਜਿਹੜਾ ਹੈਗਾ ਉਹ ਅੱਗੇ ਲੈ ਕੇ ਆਇਆ। ਤਾਂ ਇਸ ਤੋਂ ਭਾਵ ਇਹ ਹੋਇਆ ਕਿ ਇਸ ਨੰਬਰ ਨੂੰ ਜੇਕਰ ਮੈਂ ਮਿਆਰੀ ਰੂਪ ਦੇ ਵਿੱਚ ਲਿਖਣਾ ਹੋਵੇ ਤਾਂ 3 ਦਸ਼ਮਲਵ 0 ਦਸ਼ਮਲਵ ਤੋਂ ਬਾਅਦ ਸਿਰਫ ਇੱਕ 0 ਲਗਾਣਾ ਲਗਾਓ, ਨਹੀਂ ਲਗਾਣਾ ਨਾ ਲਗਾਓ, ਤੁਹਾਡੀ ਮਰਜ਼ੀ ਹੈ। ਠੀਕ ਹੈ ਜੀ। ਕਿਉਂਕਿ ਦਸ਼ਮਲਵ ਤੋਂ ਬਾਅਦ 0 ਦਾ ਕੋਈ ਮਤਲਬ ਨਹੀਂ ਹੁੰਦਾ। ਇਹ ਕਿੰਨਾ ਹੈ ਨਾ ਗੁਣਾ 10 ਦੀ ਘਾਤ ਕਿੰਨੀ ਆਏਗੀ ਜੀ? ਹੁਣ ਤਾਂ ਆਪਾਂ ਨੂੰ ਪਤਾ ਹੈ ਦਸ਼ਮਲਵ ਨੂੰ ਕਿੰਨੇ ਅੰਕ ਅੱਗੇ ਲੈ ਕੇ ਗਿਆ ਮੈਂ 8। ਇਹਦਾ ਮਤਲਬ 10 ਦੀ ਘਾਤ ਕਿੰਨੀ ਹੈਗੀ 8 प्रति मीटर सेकंड। आ ਜਿਹੜਾ ਹੈਗਾ ਆ ਮੇਰੇ ਕੋਲ ਪ੍ਰਕਾਸ਼ ਦੀ ਗਤੀ ਕਿੱਡੀ ਵੱਡੀ ਮੈਨੂੰ ਲੱਗਦੀ ਵੀ ਸੀ ਇੱਥੇ 3000000 ਕਰਕੇ ਸ਼ਾਇਦ ਯਾਦ ਕਰਨੀ ਵੀ ਮੁਸ਼ਕਿਲ ਹੁੰਦੀ। ਉਹੀ ਚੀਜ਼ ਮੇਰੇ ਕੋਲ ਆ ਗਈ 3 ਗੁਣਾ 10 ਦੀ ਘਾਤ 8 ਮੀਟਰ ਪਰ ਸੈਕਿੰਡ। ਠੀਕ ਹੈ ਵਿਦਿਆਰਥੀਓ। ਅੱਛਾ ਇਹ ਜਿਹੜੀਆਂ ਚੀਜ਼ਾਂ ਵਿਦਿਆਰਥੀਓ ਆਪਾਂ ਕੀਤੀਆਂ ਨੇ ਮੈਂ ਲਿਖਿਆ ਤਾਂ ਇੱਥੇ ਸੀਗਾ ਕਿ ਛੋਟੀਆਂ ਸੰਖਿਆਵਾਂ ਨੂੰ ਜਿਹੜਾ ਘਾਤ ਅੰਕਾਂ ਦਾ ਪ੍ਰਯੋਗ ਕਰਦੇ ਹੋਏ ਮਿਆਰੀ ਰੂਪ ਵਿੱਚ ਲਿਖਣਾ। ਲੇਕਿਨ ਮੈਂ ਸ਼ੁਰੂਆਤ ਜਿਹੜੀ ਕੀਤੀ ਸੌਖੀ ਚੀਜ਼ ਤੋਂ ਕੀਤੀ ਆ ਕਿ ਸਭ ਤੋਂ ਪਹਿਲਾਂ ਅਸੀਂ ਵੱਡੀਆਂ ਨੂੰ ਸਿੱਖ ਲਈਏ। ਠੀਕ ਹੈ। ਉਸ ਤੋਂ ਬਾਅਦ ਛੋਟੀਆਂ ਨੂੰ ਜਿਹੜਾ ਹੈਗਾ ਆਪਾਂ ਕਰ ਲਵਾਂਗੇ ਕਿਉਂਕਿ ਛੋਟੀਆਂ ਨੂੰ ਕਰਨਾ ਜੇ ਇਹ ਪਤਾ ਲੱਗੇਗਾ ਤਦ ਉਹ ਚੀਜ਼ ਪਤਾ ਲੱਗੇਗੀ। ਠੀਕ ਹੈ ਵਿਦਿਆਰਥੀਓ। ਚਲੋ ਮੈਂ ਉਮੀਦ ਕਰਦਾ ਹਾਂ ਤੁਸੀਂ ਇਹਨਾਂ ਦੋ ਉਦਾਹਰਨਾਂ ਦੇ ਨਾਲ ਕਿਸੇ ਵੀ ਵੱਡੀਆਂ ਰਕਮਾਂ ਨੂੰ ਮਿਆਰੀ ਰੂਪ ਦੇ ਵਿੱਚ ਲਿਖਣਾ ਤੁਸੀਂ ਸਿੱਖ ਲਿਆ ਹੋਵੇਗਾ ਤੇ ਆਪਾਂ ਇਹਨਾਂ ਨੂੰ ਹੁਣ ਛੋਟੀਆਂ ਰਕਮਾਂ ਨੂੰ ਮਿਆਰੀ ਰੂਪ ਦੇ ਵਿੱਚ ਸਿੱਖਦੇ ਹਾਂ। ਆਓ ਵਿਦਿਆਰਥੀਓ ਚੱਲਦੇ ਹਾਂ ਆਪਾਂ ਆਪਣੀ ਤੀਸਰੀ ਉਦਾਹਰਨ ਵੱਲ। ਤੀਸਰੀ ਉਦਾਹਰਨ ਜਿਹੜੀ ਹੈ ਸਾਡੀ ਉਹ ਵੀ ਸਾਇੰਸ ਦੇ ਨਾਲ। ਅੱਛਾ ਇੱਕ ਚੀਜ਼ ਤੁਸੀਂ ਨੋਟਿਸ ਕਰਿਓ ਜਿਹੜੀ ਬਹੁਤ ਵੱਡੀਆਂ ਚੀਜ਼ਾਂ ਤੇ ਛੋਟੀਆਂ ਚੀਜ਼ਾਂ ਆ ਅਕਸਰ ਸਾਇੰਸ ਦੇ ਵਿੱਚ ਜਿਹੜੀ ਹੈਗੀ ਵਿਗਿਆਨ ਦੇ ਵਿੱਚ ਜ਼ਿਆਦਾ ਇਸਤੇਮਾਲ ਹੁੰਦੇ। ਕਿਉਂ? ਦੇਖੋ ਅਣੂਆਂ ਦੀ ਗੱਲ ਆਉਂਦੀ ਆ। ਮੈਂ ਉਦਾਹਰਨ ਲਈ ਅਣੂਆਂ ਦੀ ਮੈਂ ਧਰਤੀ ਤੋਂ ਸੂਰਜ ਤੱਕ ਦੀ ਦੂਰੀ ਦੇ ਵਿਚਕਾਰ ਦੀ ਗੱਲ ਕੀਤੀ ਆ। ਮੈਂ ਪ੍ਰਕਾਸ਼ ਦੀ ਗਤੀ ਦੀ ਗੱਲ ਕੀਤੀ ਆ। ਇਹਨਾਂ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਆ ਮੈਂ ਭੌਤਿਕ ਵਿਗਿਆਨ ਜਾਂ ਜੀਵ ਵਿਗਿਆਨ ਜਾਂ ਰਸਾਇਣ ਵਿਗਿਆਨ ਕਿਸੇ ਨਾ ਕਿਸੇ ਵਿਗਿਆਨਿਕ ਰੂਪ ਦੇ ਵਿੱਚ ਮੈਂ ਇਹਨਾਂ ਨੂੰ ਦੇਖਦਾ ਤੇ ਪੜ੍ਹਦਾ ਹਾਂ। ਠੀਕ ਹੈ ਜੀ। ਇਹ ਕਿਉਂ ਹੈ? ਕਿਉਂਕਿ ਵਿਗਿਆਨ ਹੀ ਇੱਕ ਇਦਾਂ ਦੀ ਚੀਜ਼ ਹੈ ਜਿਹੜੀ ਕਿਸੇ ਚੀਜ਼ ਨੂੰ ਬਹੁਤ ਛੋਟੇ ਤੇ ਬਹੁਤ ਵੱਡੇ ਰੂਪ ਦੇ ਵਿੱਚ ਜਿਹੜੀ ਹੈਗੀ ਉਹ ਦੇਖ ਸਕਦੀ ਹੈ। ਠੀਕ ਹੈ ਜੀ। ਸੋ ਉਹਨਾਂ ਨੂੰ ਗਣਿਤ ਉਸ ਦੀ ਹੈਲਪ ਕਰਦਾ ਹੈ ਉਹਨਾਂ ਚੀਜ਼ਾਂ ਨੂੰ ਲਿਖਣ ਦੇ ਵਿੱਚ ਤੇ ਸਮਝਣ ਦੇ ਵਿੱਚ। ਆਓ ਵਿਦਿਆਰਥੀਓ ਹੁਣ ਛੋਟੀਆਂ ਰਕਮਾਂ ਵੱਲ ਚੱਲਦੇ ਹਾਂ। ਤੀਸਰੀ ਉਦਾਹਰਨ ਦੇ ਵਿੱਚ ਵਿਦਿਆਰਥੀਓ ਮੈਂ ਲਿਖਦਾ ਹਾਂ ਲਾਲ ਖੂਨ ਕੋਸ਼ਿਕਾਵਾਂ ਜਿਹੜੀਆਂ ਹੁੰਦੀਆਂ ਹਨ ਲਾਲ ਖੂਨ ਕੋਸ਼ਿਕਾ ਦਾ औसत व्यास जो है वो कितना है विद्यार्थियों 0.0000007 मीटर है। ठीक है जी। आ विद्यार्थियों साडे कोल जिहड़ी हैगी ये चीज अपने कोल आ गई है। अच्छा विद्यार्थियों इस चीज नूं इस उदाहरण नूं बड़े ध्यान नाल समझियो। मैं दो तरीके नाल कराऊंगा। ठीक है जी। दो तरीके नाल इस उदाहरण नूं कराऊंगा। सब तो पहले मैं कराना सब तो सौखे ते वधिया तरीके दे नाल जिहड़ी चीज नूं आपां हुणी करके हटे हां थोड़ी देर पहले उस चीज दा ही इहदे विच इस्तेमाल करांगे। देखो किवें करांगे विद्यार्थियों। सब तो पहला मैं काम की करांगा छोटी क्लास दे विच जदों दशमलव सानू आ गया सी। ठीक है जी। दशमलव दे विच ਅਸੀਂ ਕੀ ਕਰਦੇ ਸੀ ਮੈਂ ਤੇ ਉਦਾਹਰਨ ਲੈਣਾ ਤੁਹਾਡੇ ਕੋਲ ਆਏਗਾ ਹੀ 2.3 ਤੁਸੀਂ ਕੀ ਕਰਦੇ ਸੀ ਦਸ਼ਮਲਵ ਦਾ ਨਿਸ਼ਾਨ ਦਿੰਦੇ ਸੀ ਹਟਾ ਉੱਥੇ ਲਗਾਉਂਦੇ ਸੀ 1 ਦਸ਼ਮਲਵ ਦੇ ਵਿੱਚ ਇੱਕ ਅਕਸ਼ਰ ਦਾ ਬਟਾ ਇੱਕ 0 ਲੱਗ ਜਾਂਦੀ ਸੀ ਤੇ ਕਿੰਨਾ ਬਣ ਜਾਂਦਾ ਸੀ 23/10। ਠੀਕ ਹੈ ਵਿਦਿਆਰਥੀਓ। ਇਸੇ ਚੀਜ਼ ਨੂੰ ਵਿਦਿਆਰਥੀਓ ਮੈਂ ਇੱਥੇ ਜਿਹੜਾ ਹੈ ਨਾਲ ਦੇ ਨਾਲ ਲੈ ਕੇ ਚੱਲਾਂਗਾ। ਕਿਵੇਂ?
मैं लिखांगा 7 दशमलव, देखो जो मैं 7 बटा करता तो 7 तो पहले वाले सिफर ਜਿਹੜੇ मेरे किसी काम के नहीं रहे। देखो जिथे दशमलव से उत्थे लिखता 1, उस तो बाद कितने सिफर बचे 1 2 3 4 5 6, यानी कि 1 2 3 4 5 6 आ मेरे को चीज बन गई ਇੰਨੇ मीटर, यानी कि है 7 बटा 1 ਦੇ ਪਿੱਛੇ 6 ਜ਼ੀਰੋਆਂ ਜਿਹੜੀਆਂ ਹੈਗੀਆਂ ਆ ਮੇਰੇ ਕੋਲ ਗੱਲ ਇਹਦੀ ਬਣ ਗਈ ਹੈ। ਠੀਕ ਹੈ ਜੀ, ਹੁਣ ਜਿੰਨੀਆਂ ਜ਼ੀਰੋਆਂ ਹੁੰਦੀਆਂ ਨੇ ਧਿਆਨ ਨਾਲ ਦੇਖੋ ਵਿਦਿਆਰਥੀਓ, ਇਹਨੂੰ ਮੈਂ ਕੀ ਲਿਖ ਸਕਦਾ 1 2 3 4 5 6। ਇਸ ਤੋਂ ਪਿਛਲੀਆਂ ਐਕਸਰਸਾਈਜ਼ ਦੇ ਵਿੱਚ ਜਾਂ ਪਿਛਲੇ ਲੈਕਚਰ ਦੇ ਵਿੱਚ ਅਸੀਂ ਇਹ ਦੇਖਿਆ ਕਿ 10 1 ਦੇ ਪਿੱਛੇ ਜਿੰਨੀਆਂ ਜ਼ੀਰੋਆਂ ਹੁੰਦੀਆਂ ਆ, ਠੀਕ ਹੈ ਜੀ, ਅਸੀਂ ਉਹਨੂੰ 10 ਦੀ ਘਾਤ ਲਿਖ ਸਕਦੇ ਹਾਂ, ਯਾਨੀ ਕਿ 6 ਸਿਫਰ ਹੈ ਤੇ 10 ਦੀ ਘਾਤ ਕਿੰਨੀ ਆ ਗਈ 6 ਆ ਗਈ ਆ। ਠੀਕ ਹੈ ਜੀ, ਇਸ ਤੋਂ ਬਾਅਦ ਅਸੀਂ ਘਾਤ ਅੰਕ ਦੇ ਹੀ ਰੂਲ ਜਿਹੜੇ ਹੈਗੇ ਨੇ ਇਸ ਤੋਂ ਪਹਿਲੇ ਵਾਲੇ ਲੈਕਚਰਸ ਦੇ ਵਿੱਚ ਕੀਤੇ ਹੋਏ ਨੇ, ਉਹਨਾਂ ਵਿੱਚ ਅਸੀਂ ਕੀ ਕੀਤਾ ਸੀ, ਜੇਕਰ ਘਾਤ ਜਿਹੜੀ ਹੈਗੀ ਆ 10 ਦੀ ਘਾਤ 6 ਬਟੇ ਦੇ ਵਿੱਚ ਹੋਵੇ, ਇਹਨੂੰ ਉੱਪਰ ਲੈ ਕੇ ਆਵਾਂਗੇ ਤਾਂ ਇਹ ਬਣ ਜਾਂਦੀ ਹੈ 10 ਦੀ ਘਾਤ ਘਟਾਓ 6 ਤੇ ਸਾਡੇ ਕੋਲ ਉੱਤਰ ਕੀ ਆ ਗਿਆ ਇਸ ਦਾ 10 ਗੁਣਾ 7 ਗੁਣਾ 10 ਦੀ ਘਾਤ 6 ਮੀਟਰ ਜਿਹੜਾ ਹੈ ਉਹ ਸਾਡੇ ਕੋਲ ਲਾਲ ਖੂਨ ਕੋਸ਼ਿਕਾ ਦਾ ਔਸਤ ਵਿਆਸ ਜਿਹੜਾ ਹੈਗਾ ਉਹ ਨਿਕਲ ਕੇ ਆ ਗਿਆ। ਕਿੰਨਾ ਆਇਆ ਵਿਦਿਆਰਥੀਓ 7 ਗੁਣਾ 10 ਦੀ ਘਾਤ 6 ਮੀਟਰ। ਅੱਛਾ ਵਿਦਿਆਰਥੀਓ, ਇਹ ਤੁਸੀਂ ਇੱਕ ਤਰੀਕਾ ਜਿਸ ਨੂੰ ਮੇਰੇ ਖਿਆਲ ਨਾਲ ਸਮਝਣਾ ਵੀ ਬੜਾ ਆਸਾਨ ਰਿਹਾ ਹੋਣਾ ਹੈ। ठीक है जी, क्यों? क्योंकि देखो दोबारा मैं दस देना 7 लिखिया बटा किन्नियां जीरोआं दी दशमलव तो बाद किन्ने अक्षर है दशमलव तो बाद 1 2 3 4 5 6 एक दे पिछे 6 जीरोआं पातीयां। ठीक है जी, उस तो बाद एक दे पिछे 6 जीरोआं है तो 10 दी घात कितनी होगी 6। ਇਹ ਆਪਾਂ ਪਿਛਲੇ ਲੈਕਚਰਸ ਦੇ ਵਿੱਚ ਕੀਤਾ ਹੋਇਆ ਹੈ। ਠੀਕ ਹੈ ਜੀ, ਤੇ ਜਦੋਂ 10 ਦੀ ਘਾਤ 6 ਨੂੰ ਆਪਾਂ ਬਟੇ ਦੀ ਰਕਮ ਤੋਂ ਥੱਲੇ ਉੱਪਰ ਲੈ ਕੇ ਜਾਵਾਂਗੇ ਤਾਂ ਘਾਤ ਦਾ ਨਿਸ਼ਾਨ ਬਦਲ ਜਾਏਗਾ ਤੇ 6 ਹੈ ਤੇ ਇੱਥੇ ਘਟਾਉ ਦਾ 6 ਆ ਗਿਆ ਤੇ ਸਾਡੇ ਕੋਲ ਆਹ ਵਾਲੀ ਰਕਮ ਜਿਹੜੀ ਹੈਗੀ ਹੈ ਬਦਲ ਕੇ ਕੀ ਬਣ ਗਈ 7 गुणा 10 ਦੀ ਘਾਤ -6 ਮੀਟਰ ਬਣ ਗਈ ਹੈ। ਠੀਕ ਹੈ, ਅੱਛਾ ਇਸ ਹੀ ਸਵਾਲ ਨੂੰ ਵਿਦਿਆਰਥੀਓ ਜੇਕਰ ਦੂਸਰੇ ਤਰੀਕੇ ਨਾਲ ਤੁਸੀਂ ਕਰਨਾ ਚਾਹੋ ਤਾਂ ਕਿਵੇਂ ਕਰ ਸਕਦੇ ਹੋ, ਉਸ ਨੂੰ ਵੀ ਆਪਾਂ ਚਰਚਾ ਕਰ ਲਈਏ ਇੱਕ ਵਾਰੀ, ਉਸ ਤੋਂ ਬਾਅਦ ਆਪਾਂ ਚੱਲਾਂਗੇ ਆਪਣੀ ਅਗਲੇ ਸਵਾਲ। ਠੀਕ ਹੈ, ਇਹਦੇ ਵਿੱਚ ਜਿਹੜੀਆਂ 5 ਜ਼ੀਰੋਆਂ 1 2 3 4 5 7 ਆ ਵਿਦਿਆਰਥੀਓ ਆ ਗਿਆ ਆਪਣੇ ਕੋਲ। ਠੀਕ ਹੈ, ਜਦੋਂ ਅਸੀਂ ਵਿਦਿਆਰਥੀਓ ਇਸ ਤੋਂ ਪਹਿਲੇ ਵਾਲੇ ਸਵਾਲ ਵੱਡੀਆਂ ਰਕਮਾਂ ਨੂੰ ਮਿਆਰੀ ਰੂਪ ਵਿੱਚ ਲਿਖਣਾ ਸੀ, ਉਦੋਂ ਮੈਂ ਕੀ ਕੀਤਾ ਸੀ ਵਿਦਿਆਰਥੀਓ, ਉਦੋਂ ਮੈਂ ਦਸ਼ਮਲਵ ਨੂੰ ਸੱਜੇ ਤੋਂ ਖੱਬੇ ਵੱਲ ਨੂੰ ਜਿਹੜਾ ਹੈਗਾ ਉਹ ਮੂਵ ਕੀਤਾ ਸੀ, ਲੈ ਕੇ ਗਿਆ ਸੀ। ਠੀਕ ਹੈ ਜੀ, ਹੁਣ ਮੈਂ ਦਸ਼ਮਲਵ ਨੂੰ ਖੱਬੇ ਤੋਂ ਸੱਜੇ ਵੱਲ ਨੂੰ ਲੈ ਕੇ ਜਾਣਾ ਆ ਤੇ ਦੇਖੋ ਕਿੰਨੇ ਅਕਸ਼ਰ ਲੈ ਕੇ ਜਾਣਾ। ਮੈਂ ਦਸ਼ਮਲਵ ਇੱਥੇ ਲਗਾਉਣਾ ਚਾਹਨਾ, ਮੈਂ ਇੱਥੇ ਤੁਹਾਨੂੰ ਵੈਸੇ ਦੱਸਦਾ ਮੈਂ ਚਾਹਨਾ ਕਿ ਦਸ਼ਮਲਵ 7 ਦਸ਼ਮਲਵ 0 ਜਾਂ ਇਦਾਂ ਦੀ ਕੋਈ ਰਕਮ ਬਣ ਜਾਵੇ, ਮਤਲਬ ਕਿ ਦਸ਼ਮਲਵ ਜਿਹੜਾ ਹੈਗਾ ਉਹ 7 ਤੋਂ ਬਾਅਦ ਆਵੇ। ਤਾਂ ਇਹਦਾ ਮਤਲਬ ਦਸ਼ਮਲਵ ਨੂੰ ਕਿੱਥੇ ਲੈ ਕੇ ਗਿਆ 1 2 3 4 5 6 ਦਸ਼ਮਲਵ ਨੂੰ ਮੈਂ ਇੱਥੇ ਲੈ ਕੇ ਜਾਣਾ। ਕਿੰਨਵੀਂ ਜਗ੍ਹਾ 'ਚ ਪਹਿਲੀ ਦੂਜੀ ਤੀਜੀ ਚੌਥੀ ਪੰਜਵੀਂ ਛੇਵੀਂ ਕਿੱਧਰੋਂ ਲੈ ਕੇ ਗਿਆ ਮੈਂ ਖੱਬੇ ਤੋਂ ਸੱਜੇ ਵੱਲ ਨੂੰ। ਜਦੋਂ ਵੀ ਅਸੀਂ ਸੱਜੇ ਤੋਂ ਖੱਬੇ ਵੱਲ ਨੂੰ ਮੁੜੇ ਆ ਤੇ ਘਾਤ ਜਮਾ ਦੀ ਆਉਂਦੀ ਆ ਤੇ ਜਦੋਂ ਅਸੀਂ ਖੱਬੇ ਤੋਂ ਸੱਜੇ ਵੱਲ ਨੂੰ ਜਾਵਾਂਗੇ ਤਾਂ ਘਾਟ ਜਿਹੜੀ ਹੈਗੀ ਉਹ ਕਦੀ ਆਏਗੀ ਘਟਾਓ ਦੀ ਆਏਗੀ। ਇਹ ਦਸ਼ਮਲਵ ਇੱਥੇ ਚਲਾ ਗਿਆ, ਇਹਦਾ ਮਤਲਬ ਬਣ ਗਿਆ 7.0 ਲਿਖਣਾ ਲਿਖੋ ਨਹੀਂ ਲਿਖਣਾ ਨਾ ਲਿਖੋ। ਦਸ਼ਮਲਵ ਇੱਥੇ ਆ ਗਿਆ ਗੁਣਾ 10 ਦੀ ਘਾਤ ਕਿੰਨੀ ਹੈ 6 ਆ, ਲੇਕਿਨ ਕਿਉਂਕਿ ਅਸੀਂ ਖੱਬੇ ਤੋਂ ਸੱਜੇ ਵੱਲ ਨੂੰ ਗਏ ਹਾਂ ਇਸ ਕਰਕੇ ਘਟਾਓ 6। ਇਹ ਵੀ ਤੁਹਾਡੇ ਕੋਲ ਵਿਦਿਆਰਥੀਓ ਇੱਕ ਸਿੱਧਾ ਤਰੀਕਾ ਜਿਹੜਾ ਹੈਗਾ ਆ ਉਹ ਆ ਸਕਦਾ ਹੈ, ਜਿੱਦਾਂ ਵੀ ਲਾਲ ਕੋਸ਼ਿਕਾਵਾਂ ਦੀ ਔਸਤ ਵਿਆਸ ਅਸੀਂ ਕੱਢਣੀ ਸੀਗੀ। ਇਹ ਮੈਂ ਤੁਹਾਨੂੰ ਦੋ ਤਰੀਕੇ ਦੱਸੇ ਨੇ ਵਿਦਿਆਰਥੀਓ। ਪਹਿਲਾ ਤਰੀਕਾ ਜੈਨੂਇਨ ਤਰੀਕਾ ਹੈਗਾ ਆ, ਜਿਸ ਤਰੀਕੇ ਦੇ ਨਾਲ ਅਸੀਂ ਸਟੈਪ ਬਾਈ ਸਟੈਪ ਚੱਲ ਕੇ ਇੱਥੇ ਪਹੁੰਚ ਸਕਦੇ ਹਾਂ, ਤੇ ਦੂਸਰਾ ਤਰੀਕਾ ਸਾਡੇ ਕੋਲ ਡਾਇਰੈਕਟ ਤਰੀਕਾ ਹੈਗਾ ਆ, ਜਿਹਦੇ ਨਾਲ ਅਸੀਂ ਆਪਣੇ ਦਸ਼ਮਲਵ ਨੂੰ ਖੱਬੇ ਤੋਂ ਸੱਜੇ ਵੱਲ ਨੂੰ ਮੂਵ ਕਰ ਰਹੇ ਹਾਂ ਤੇ ਉਹ ਦੇਖ ਲੈਣਾ ਕਿ ਕਿੰਨੇ ਡਿਜਿਟ ਕਿੰਨੇ ਅੰਕ ਮੂਵ ਕੀਤੇ ਨੇ। ਉਹਦੀ ਘਾਤ 19 ਆ ਜਾਏਗੀ 10 ਦੀ ਘਾਤ, ਜਿਹੜਾ ਮੰਨ ਲਓ ਇੱਥੇ 6 ਹੈ ਤੇ 10 ਦੀ ਘਾਤ 6 ਆ ਗਈ, ਲੇਕਿਨ ਕਿਹਦੇ ਵਿੱਚ ਆਏਗੀ ਘਟਾਓ 'ਚ ਆਏਗੀ। ਜਦੋਂ ਆਪਾਂ ਸੱਜੇ ਤੋਂ ਖੱਬੇ ਵੱਲ ਨੂੰ ਜਾਵਾਂਗੇ ਤਾਂ ਜਮਾ 'ਚ ਘਾਤ ਆਏਗੀ ਤੇ ਜਦੋਂ ਖੱਬੇ ਤੋਂ ਸੱਜੇ ਵੱਲ ਨੂੰ ਜਾਵਾਂਗੇ ਤਾਂ ਘਾਤ ਕਿੱਥੇ ਆਏਗੀ ਘਟਾਓ ਦੇ ਵਿੱਚ ਆਏਗੀ। ਮੇਰਾ ਉਮੀਦ ਹੈ ਕਰਦਾ ਵਿਦਿਆਰਥੀਓ ਤੁਸੀਂ ਇਸ ਕੁਐਸਚਨ ਨੂੰ ਵੀ ਸਮਝਿਆ ਹੋਵੇਗਾ। ਆਓ ਵਿਦਿਆਰਥੀਓ ਇਸ ਤਰ੍ਹਾਂ ਦਾ ਇੱਕ ਹੋਰ ਕੁਐਸਚਨ ਕਰੀਏ ਤੇ ਉਸ ਨੂੰ ਹੋਰ ਬਰੀਕੀ ਦੇ ਨਾਲ ਜਿਹੜਾ ਹੈਗਾ ਉਹ ਸਮਝਣ ਦੀ ਕੋਸ਼ਿਸ਼ ਅਸੀਂ ਕਰਦੇ ਹਾਂ। ਵਿਦਿਆਰਥੀਓ ਕੁਐਸਚਨ ਨੰਬਰ 4, ਇਹਦੇ ਵਿੱਚ ਮੈਂ ਉਮੀਦ ਕਰਾਂਗਾ ਕਿ ਤੁਸੀਂ ਜੋ ਆਪਣਾ ਰੋਲ ਜਿਹੜਾ ਹੈਗਾ ਆ ਕਾਪੀ ਪੈਨ ਲਓ ਆਪਣੀ ਤੇ ਤੁਸੀਂ ਮੇਰੇ ਨਾਲ ਨਾਲ ਆਪ ਉਸ ਸਵਾਲ ਨੂੰ ਪਹਿਲਾਂ ਹੱਲ ਕਰੋ। ਮੈਂ ਇੱਥੇ ਬੜੇ ਆਰਾਮ ਦੇ ਨਾਲ ਉਹਨੂੰ ਹੱਲ ਕਰਦਾ ਹਾਂ ਤੇ ਚੈੱਕ ਕਰਿਓ ਕਿ ਕੀ ਤੁਸੀਂ ਉਹ ਸਵਾਲ ਸਹੀ ਕੀਤਾ ਹੈ ਜਾਂ ਗਲਤ ਕੀਤਾ ਹੈ। ਠੀਕ ਹੈ ਵਿਦਿਆਰਥੀਓ, ਚਲੋ ਪ੍ਰਸ਼ਨ ਨੰਬਰ 4 ਦੇ ਵਿੱਚ ਹੈ ਵਿਦਿਆਰਥੀਓ, ਇੱਕ ਕਾਗਜ਼ ਦੀ ਮੋਟਾਈ ਇੱਕ ਕਾਗਜ਼ ਦੀ ਮੋਟਾਈ 0.0016 ਮੀਟਰ ਹੈ। ਠੀਕ ਹੈ ਜੀ, ਇੱਕ ਕਾਗਜ਼ ਦੀ ਮੋਟਾਈ, ਦੇਖੋ ਕਾਗਜ਼ ਦੀ ਮੋਟਾਈ ਲਈ ਹੈ ਤਾਂ ਬੜੀ ਬਰੀਕ ਦੀ ਹੁੰਦੀ, ਫੁੱਟੇ ਨਾਲ ਤਾਂ ਮਾਪ ਨਹੀਂ ਸਕਦੇ। ਠੀਕ ਹੈ ਜੀ, ਇਸ ਕਰਕੇ ਇਹ ਕੀ ਲਿਆ ਮੈਂ 0.1
एक सॉरी 0.0016 ਜਿਹੜਾ ਹੈਗਾ ਆ ਇਹ ਮੀਟਰ ਉਹਦੀ ਮੋਟਾਈ ਹੈ। ਠੀਕ ਹੈ ਜੀ। ਅੱਛਾ ਵਿਦਿਆਰਥੀਓ, ਇਸ ਚੀਜ਼ ਨੂੰ ਤੁਸੀਂ ਆਪਣੀ ਕਾਪੀ ਦੇ ਵਿੱਚ ਹੁਣੀ ਕਰਨਾ ਸ਼ੁਰੂ ਕਰ ਦਿਓ ਤੇ ਮੈਂ ਇਹਨੂੰ ਦੋਨਾਂ ਤਰੀਕਿਆਂ ਦੇ ਨਾਲ ਇੱਕ ਵਾਰੀ ਫਿਰ ਆਪ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ। ਤੁਹਾਨੂੰ ਦੋਨਾਂ ਵਿੱਚੋਂ ਜਿਹੜਾ ਤਰੀਕਾ ਸੌਖਾ ਲੱਗਿਆ ਤੁਸੀਂ ਆਪਣੀ ਕਾਪੀ ਪੈਨ ਲੈ ਕੇ ਉਸ ਨੂੰ ਹੱਲ ਕਰਨਾ ਸ਼ੁਰੂ ਕਰ ਦਿਓ। ਮੈਂ ਦੋਨਾਂ ਤਰੀਕਿਆਂ ਨਾਲ ਕਰਾਂਗਾ। ਜੇ ਕਿਸੇ ਬੱਚੇ ਨੂੰ ਹੱਲੇ ਵੀ ਨਹੀਂ ਸਮਝ ਆਇਆ ਸੀ ਪਹਿਲੇ ਵਾਲਾ ਪਾਰਟ ਤੇ ਉਹ ਹੁਣ ਦੇਖ ਲਓ। ਸਭ ਤੋਂ ਪਹਿਲਾਂ ਮੈਂ ਕੀ ਕੀਤਾ 0.0016 ਇਹਦੇ ਵਿੱਚ ਦਸ਼ਮਲਵ ਇੱਥੇ ਹੈ, ਇਸ ਦਾ ਦਸ਼ਮਲਵ ਹਟਾ ਕੇ ਜਦੋਂ ਆਪਾਂ ਦਸ਼ਮਲਵ ਹਟਾ ਦਿੰਦੇ ਹਾਂ ਤੇ ਉਹਦੀ ਜਗ੍ਹਾ ਕੀ ਲੱਗ ਜਾਂਦਾ 1। ਫਿਰ ਕਿੰਨੇ ਅਕਸ਼ਰ ਸੀ ਦਸ਼ਮਲਵ ਤੋਂ ਬਾਅਦ 1 2 3 4 1 2 3 4 ਆ ਚੀਜ਼ ਆ ਗਈ ਸੀਗੀ। ਠੀਕ ਹੈ ਜੀ। ਹੁਣ ਆ ਚੀਜ਼ ਵਿੱਚ ਕੀ ਆ ਗਿਆ ਆਪਣੇ ਕੋਲ, ਇਹਨੂੰ ਤੁਸੀਂ ਲਿਖ ਸਕਦੇ ਹੋ 16/10 ਦੀ ਘਾਤ 4। ਠੀਕ ਹੈ ਜੀ। ਇਹਨੂੰ ਤੁਸੀਂ ਲਿਖ ਸਕਦੇ ਹੋ 16 ਗੁਣਾ 10 ਦੀ ਘਾਤ ਕਿੰਨੀ ਕਰ ਦਿੱਤੀ 4 ਸੌਰੀ 10 ਦੀ ਘਾਤ ਕਿੰਨੀ ਕਰ ਦਿੱਤੀ 4। ਇਹ ਚੀਜ਼ ਸਾਡੇ ਕੋਲ ਆ ਗਈ ਆ। ਜੇਕਰ ਤੁਸੀਂ ਇਸ ਦਸ਼ਮਲਵ ਨੂੰ ਇੱਥੇ ਲੈ ਕੇ ਜਾਣਾ ਚਾਹੁੰਦੇ ਹੋ ਇੱਥੇ, ਠੀਕ ਹੈ ਜੀ, ਜੇ ਤੁਸੀਂ ਦਸ਼ਮਲਵ ਨੂੰ 16 ਤੋਂ ਬਾਅਦ ਜਿਹੜਾ ਹੈਗਾ ਉਹ ਲੈ ਕੇ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਕਿੰਨਾ ਆ ਗਿਆ ਵਿਦਿਆਰਥੀਓ, ਇਸ ਸਵਾਲ ਦਾ ਜਵਾਬ ਕੀ ਆ ਗਿਆ ਤੁਹਾਡੇ ਕੋਲ 16 ਦੀ ਘਾਤ 16 ਗੁਣਾ 10 ਦੀ ਘਾਤ -4। ਠੀਕ ਹੈ ਵਿਦਿਆਰਥੀਓ। ਜੇਕਰ ਤੁਸੀਂ ਇਸ ਚੀਜ਼ ਨੂੰ ਦੂਸਰੇ ਢੰਗ ਨਾਲ ਕਰਨਾ ਚਾਹੁੰਦੇ ਹੋ, ਠੀਕ ਹੈ ਜੀ, ਜਿਵੇਂ ਕਿ ਇੱਥੇ 1 2 3 4 ਇਹਦੇ ਵਿੱਚ ਦਸ਼ਮਲਵ ਮੂਵ ਕਰਨਾ 1 2 3 4 ਇੱਥੇ ਮੂਵ ਕਰਨਾ ਤੁਸੀਂ ਦਸ਼ਮਲਵ ਨੂੰ। ਇਸ ਦਾ ਅਰਥ ਹੈ ਵਿਦਿਆਰਥੀਓ ਹੋਏਗਾ 16.0 ਗੁਣਾ 10 ਦੀ ਘਾਤ ਖੱਬੇ ਵੱਲ ਨੂੰ ਮੂਵ ਕੀਤਾ। ਦੇਖੋ ਖੱਬੇ ਤੋਂ ਸੱਜੇ ਵੱਲ ਨੂੰ ਚੱਲੇ ਆ ਅਸੀਂ, ਕਿੰਨੇ ਡਿਜਿਟ ਚੱਲੇ ਆ 4 ਤੇ ਘਟਾਂਗੇ ਘਟਾਓ 4 ਮੀਟਰ ਜਿਹੜਾ ਹੈ ਸਾਡੇ ਕੋਲ ਉੱਤਰ ਇਹਦਾ ਆ ਗਿਆ ਹੈ। ਠੀਕ ਹੈ ਜੀ। ਅੱਛਾ ਵਿਦਿਆਰਥੀਓ, ਇਹ ਤਾਂ ਇੱਕ ਚੀਜ਼ ਸੀ, ਲੇਕਿਨ ਮੈਂ ਕਿਹਾ ਨਹੀਂ ਜੀ ਮੈਨੂੰ ਇਹ ਨਹੀਂ ਠੀਕ ਲੱਗ ਰਿਹਾ। ਮੈਂ ਜਿਹੜਾ ਹੈ ਦਸ਼ਮਲਵ ਨੂੰ 0.0016 ਮੈਂ ਦਸ਼ਮਲਵ ਨੂੰ ਕੇਵਲ ਇੱਥੇ ਤੱਕ ਲੈਣਾ ਚਾਹੁੰਦਾ ਹਾਂ। ਠੀਕ ਹੈ ਜੀ। ਮੈਂ ਚਾਹੁੰਦਾ ਨਹੀਂ ਦਸ਼ਮਲਵ ਇੱਥੇ ਆਵੇ। ਠੀਕ ਹੈ ਜੀ। ਫਿਰ ਕੀ ਹੋਏਗਾ ਜੀ, ਫਿਰ ਦਸ਼ਮਲਵ ਨੇ ਬਣਨਾ 1.6 ਗੁਣਾ 10 ਦੀ ਘਾਤ ਘਟਾਓ ਦਾ 3 ਮੀਟਰ। ਠੀਕ ਹੈ। ਸੋ ਵਿਦਿਆਰਥੀਓ, ਇਹ ਜਿਹੜੀਆਂ ਚੀਜ਼ਾਂ ਹਨ ਇਹ ਆਪਣੇ ਆਪਣੇ ਲੈਵਲ ਦੇ ਵਿੱਚ ਜਿਹੜਾ ਹੈ ਤੁਸੀਂ ਉਸ ਚੀਜ਼ ਨੂੰ ਜਿਹੜਾ ਹੈ ਉਹ ਠੀਕ ਕਰ ਸਕਦੇ ਹੋ, ਜਾਂ ਇਸ ਚੀਜ਼ ਨੂੰ ਇਸ ਢੰਗ ਨਾਲ ਵੀ ਲਿਖਿਆ ਜਾ ਸਕਦਾ ਹੈ ਤੇ ਇਸ ਢੰਗ ਨਾਲ ਵੀ ਲਿਖਿਆ ਜਾ ਸਕਦਾ ਹੈ। ਠੀਕ ਹੈ ਵਿਦਿਆਰਥੀਓ। ਸੋ ਮੈਂ ਉਮੀਦ ਕਰਦਾ ਹਾਂ ਤੁਸੀਂ ਇਸ ਚੀਜ਼ ਨੂੰ ਸਮਝਿਆ ਹੋਵੇਗਾ ਤੇ ਚੰਗੀ ਤਰ੍ਹਾਂ ਕੀਤਾ ਵੀ ਹੋਵੇਗਾ। ਆਓ ਵਿਦਿਆਰਥੀਓ, ਇਸ ਦੀਆਂ ਇੱਕ ਦੋ ਹੋਰ ਉਦਾਹਰਨਾਂ ਲੈ ਕੇ ਜਿਹੜਾ ਹੈ ਇਸ ਨੂੰ ਖਤਮ ਕਰੀਏ ਇਸ ਟੌਪਿਕ ਨੂੰ। ਉਸ ਤੋਂ ਬਾਅਦ ਅਸੀਂ ਜਿਹੜਾ ਹੈ ਇਸ ਦੇ ਨੈਕਸਟ ਟੌਪਿਕ ਦੇ ਵੱਲ ਮੂਵ ਕਰਾਂਗੇ। ਠੀਕ ਹੈ ਵਿਦਿਆਰਥੀਓ। ਚਲੋ, ਇਸ ਦੇ ਵਿਦਿਆਰਥੀਓ ਕੁਝ ਇੱਕ ਸਵਾਲ ਹਨ, ਅਸੀਂ ਇੱਥੇ ਸਵਾਲ ਲਿਖ ਦਿੰਦੇ ਹਾਂ ਤੇ ਬਾਰੀ-ਬਾਰੀ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਨੋਟ ਇੱਥੇ ਕਰਾਂਗੇ। ਠੀਕ ਹੈ। ਇਸ ਦੇ ਵਿੱਚ ਆਪਾਂ ਇਹਨੂੰ ਰਬ ਕਰਦੇ ਹਾਂ ਤੇ ਸਵਾਲ ਲਿਖਦੇ ਹਾਂ ਇੱਥੇ। ਉਹਨਾਂ ਸਾਰੇ ਸਵਾਲਾਂ ਨੂੰ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪ ਆਪਣੇ ਹਿਸਾਬ ਨਾਲ ਜਿਹੜਾ ਉਹਨਾਂ ਨੂੰ ਤੁਸੀਂ ਹੱਲ ਕਰਨਾ ਹੈ। ਹੇਠ ਲਿਖੀਆਂ ਸੰਖਿਆਵਾਂ ਨੂੰ ਮਿਆਰੀ ਰੂਪ ਵਿੱਚ ਲਿਖੋ। ਠੀਕ ਹੈ। ਦੇਖੋ ਹੁਣ ਉਹਨੇ ਸਵਾਲ ਹੀ ਇਹੀ ਕਹਿ ਦਿੱਤਾ ਕਿ ਹੇਠ ਲਿਖੀਆਂ ਸੰਖਿਆਵਾਂ ਨੂੰ ਮਿਆਰੀ ਰੂਪ ਵਿੱਚ ਲਿਖੋ। ਪਹਿਲੀ ਸੰਖਿਆ ਹੈ ਵਿਦਿਆਰਥੀਓ 0.0000564। ਠੀਕ ਹੈ ਜੀ। ਦੂਸਰੀ ਸੰਖਿਆ ਹੈ ਵਿਦਿਆਰਥੀਓ ਮੇਰੇ ਕੋਲ 0.0000021। ਆ ਦੋ ਸੰਖਿਆਵਾਂ ਮੈਂ ਲਈਆਂ। ਮੈਂ ਇਹਦੇ ਵਿੱਚ ਵੱਡੀ ਸੰਖਿਆ ਨਹੀਂ ਲਈ ਕਿਉਂਕਿ ਵੱਡੀ ਸੰਖਿਆ ਜਿਹੜੀ ਹੈਗੀ ਉਹ ਬੜਾ ਸੌਖਾ ਉਹਨਾਂ ਨੂੰ ਕਰਨਾ ਆ, ਉਹ ਆਪਾਂ ਸਟਾਰਟਿੰਗ ਦੇ ਵਿੱਚ ਕੀਤਾ ਸੀਗਾ ਤੇ ਬੜੇ ਵਧੀਆ ਤਰੀਕੇ ਨਾਲ ਆਪਾਂ ਉਹਨੂੰ ਕਰ ਸਕਦੇ। ਛੋਟੀਆਂ ਸੰਖਿਆਵਾਂ ਦੇ ਵਿੱਚ ਦਿੱਕਤ ਆਉਂਦੀ ਹੈ, ਇਸ ਕਰਕੇ ਅਸੀਂ ਦੋ ਅਲੱਗ-ਅਲੱਗ ਐਗਜ਼ਾਮਪਲਾਂ ਲੈ ਲਈਆਂ। ਆਓ ਵਿਦਿਆਰਥੀਓ, ਤੁਸੀਂ ਇਸ ਨੂੰ ਆਪਣੀ ਕਾਪੀ ਤੇ ਕਰਨਾ ਸ਼ੁਰੂ ਕਰੋ ਤੇ ਮੈਂ ਇਸ ਨੂੰ ਇੱਥੇ ਬੋਰਡ ਦੇ ਉੱਤੇ ਕਰਨਾ ਸ਼ੁਰੂ ਕਰਾਂਗਾ। ਠੀਕ ਹੈ। ਸਭ ਤੋਂ ਪਹਿਲਾਂ ਵਿਦਿਆਰਥੀਓ ਤੁਸੀਂ ਦਸ਼ਮਲਵ ਨੂੰ ਖੱਬੇ ਤੋਂ ਸੱਜੇ ਵੱਲ ਨੂੰ ਮੂਵ ਕਰਨਾ ਹੈ ਕਿੰਨਾ 1 2 3 4 5 6 7। ਤੁਸੀਂ ਇੱਥੇ ਰੁਕਣਾ ਚਾਹੁੰਦੇ ਹੋ, ਮੈਂ ਇੱਥੇ ਰੁਕਣਾ ਚਾਹੁੰਦਾ। ਮੈਂ ਕਹਿੰਦਾ ਦੇਖੋ ਇਹਨੂੰ ਮੈਂ ਅਲੱਗ ਕਰਦਾ, ਮੈਂ ਕਿਹਾ ਮੈਂ ਇੱਥੇ ਰੁਕਣਾ ਜੀ। ਮੇਰੇ ਕੋਲ ਉੱਤਰ ਆਏਗਾ 5.64। ਦੇਖੋ ਦਸ਼ਮਲਵ ਇੱਥੇ ਰੁਕਿਆ ਨਾ ਮੈਂ, ਇਹ ਬਣ ਗਿਆ 5.64 ਗੁਣਾ ਕਿੰਨੇ ਸੀਗੇ ਜੀ 1। ਦੇਖੋ ਇੱਧਰ ਉੱਧਰ ਕੇ 1 2 3 4 5 6 7। ਦੇਖੋ 1 ਇਹੀ ਗਿਆ ਸੀ ਨਾ 1 2 3 4 5 6 7। ਇਹਦਾ ਮਤਲਬ ਇਹ ਆ ਗਿਆ 10 ਦੀ ਘਾਤ ਘਟਾਓ 7 ਜਿਹੜਾ ਹੈ ਉਹ ਮੇਰੇ ਕੋਲ ਇਹਦਾ ਜਿਹੜਾ ਮਿਆਰੀ ਰੂਪ ਦੇ ਵਿੱਚ ਉੱਤਰ ਇਹਦਾ ਆ ਗਿਆ ਹੈ। ਜੇਕਰ ਤੁਸੀਂ ਇਸ ਨੂੰ ਦੂਸਰੇ ਸ਼ਬਦਾਂ ਦੇ ਵਿੱਚ ਕਰਨਾ ਚਾਹੁੰਦੇ ਹੋ ਤਾਂ ਇਹ ਵੀ ਕਰ ਸਕਦੇ ਹੋ, ਕੋਈ ਏਡੀ ਗੱਲ ਨਹੀਂ ਹੈਗੀ ਆ। ਤੁਸੀਂ ਇਹਨੂੰ ਦੇਖ ਲਓ ਜੀ 564 ਦੇ ਥੱਲੇ ਕਿੰਨੀਆਂ ਜ਼ੀਰੋਆਂ ਬਣਦੀਆਂ ਹੈਗੀਆਂ, ਉਸ ਹਿਸਾਬ ਦੇ ਨਾਲ ਤੁਸੀਂ ਇਹਨੂੰ ਜਿਹੜਾ ਹੈਗਾ ਬਦਲ ਸਕਦੇ ਹੋ 10 ਦੀ ਘਾਤ ਦੇ ਵਿੱਚ। ਕਿਵੇਂ 564 ਬਟਾ ਦੇਖੋ 1 2 3 4 5 6 7 8 9। ਦੇਖੋ ਇਹੀ ਹੈ ਨਾ 10 ਦੀ ਘਾਤ ਕਿੰਨੀ ਬਣ ਗਈ ਇੱਥੇ 9 ਬਣ ਗਈ ਹੈ। ਠੀਕ ਹੈ ਜੀ 9 ਬਣ ਗਈ ਨਾ 10 ਦੀ ਘਾਤ। ਇਹ ਕਿੰਨਾ ਗਈ ਤੁਹਾਡੇ ਕੋਲ 564 ਗੁਣਾ 10 ਦੀ ਘਾਤ ਘਟਾਓ 9।
ਹੁਣ ਅੱਧੇ ਵਿਦਿਆਰਥੀ ਉੱਠ ਕੇ ਕਹਿਣਗੇ ਕਿ ਸਰ ਇੱਥੇ ਤਾਂ ਕੁਝ ਹੋਰ ਆ ਗਿਆ ਜੀ, ਇੱਥੇ ਕੁਝ ਹੋਰ ਆ ਗਿਆ। ਲੇਕਿਨ ਧਿਆਨ ਨਾਲ ਦੇਖੋ, ਇਹ ਦੋਨੋਂ ਰਕਮਾਂ ਬਿਲਕੁਲ ਸਹੀ ਹਨ। ਕਿਉਂ ਸਹੀ ਹਨ? ਕਿਉਂਕਿ ਇੱਥੇ 5.64 ਗੁਣਾ 10 ਦੀ ਘਾਤ -7 ਹੈ, ਇੱਥੇ 564 ਗੁਣਾ 10 ਦੀ ਘਾਤ -9 ਹੈ। ਜਿਹੜੇ ਦੋ ਅੱਖਰਾਂ ਦਾ ਫਰਕ ਪੈ ਰਿਹਾ ਹੈ ਉਹ ਆਹ ਵਾਲੇ ਦੋ ਅਕਸ਼ਰ ਹਨ। ਇਹ ਵਾਲੇ ਜੇਕਰ ਦਸ਼ਮਲਵ ਨੂੰ ਇੱਥੋਂ ਇੱਥੇ ਮੂਵ ਕਰ ਦਿੰਦੇ ਤੇ ਇੱਥੇ ਵੀ 7 ਦੀ ਜਗ੍ਹਾ ਕੀ ਆ ਜਾਣਾ ਸੀ? 9 ਆ ਜਾਣਾ ਸੀ। ਸੋ ਇਹ ਮੈਂ ਦੋ ਅਲੱਗ-ਅਲੱਗ ਤਰੀਕੇ ਨਾਲ ਤੁਹਾਨੂੰ ਇਸ ਕਰਕੇ ਕਰਨਾ ਸਿਖਾਇਆ ਹੈ ਕਿ ਦੋਵੇਂ ਜਿਹੜੇ ਹਨ ਆਪਣੇ ਆਪ ਦੇ ਵਿੱਚ ਦਰੁਸਤ ਹਨ, ਸਹੀ ਹਨ। ਆਓ ਵਿਦਿਆਰਥੀਓ ਇਸ ਸਵਾਲ ਨੂੰ ਵੀ ਕਰਕੇ ਦੇਖਦੇ ਹਾਂ। ਇਸੇ ਸਵਾਲ ਨੂੰ ਇੱਥੋਂ ਗਿਆ ਜੀ 1 2 3 4 5 6, ਮੈਂ ਇੱਥੇ ਰੁਕਣਾ ਚਾਹੁੰਦਾ ਜੀ 6 ਦੇ ਵਿੱਚ। ਇਹਦਾ ਆ ਜਾਏਗਾ ਜੀ ਫਿਰ 2.1 ਗੁਣਾ ਕਿੰਨੇ ਡਿਜਿਟ ਗਿਆ ਜੀ ਮੈਂ? 1 2 3 4 5 6। ਦੁਬਾਰਾ ਦੇਖਦੇ ਹਾਂ ਜੀ 1 2 3 4 5 6, यानी कि 10 की घात घटाओ 6। आ जड़ा है जी मेरा ਇਹਦਾ ਉੱਤਰ ਆ ਸਕਦਾ ਹੈ। ਤੇ ਦੂਸਰਾ ਬੱਚਾ ਕਹਿੰਦਾ ਨਹੀਂ ਜੀ ਮੈਂ ਇੱਥੇ ਤੱਕ ਲੈ ਕੇ ਜਾਣਾ ਹੈਗਾ, ਲੈ ਜਾਵੇ, ਠੀਕ ਹੈ ਜੀ। ਕੋਈ ਕਹਿੰਦਾ ਮੈਂ ਇੱਥੇ ਰੁਕਣਾ ਹੈਗਾ, ਰੁਕ ਜੇ, ਠੀਕ ਹੈ। ਆ ਸਾਨੂੰ ਦੇਖੋ ਮਿਆਰੀ ਰੂਪ ਇਹ ਹੈ ਇਹਦਾ, ਲੇਕਿਨ ਇਸ ਦਾ ਕਿਤੇ ਮਤਲਬ ਨਹੀਂ ਹੈਗਾ ਕਿ ਤੁਸੀਂ ਆਪਣੇ ਹਿਸਾਬ ਨਾਲ ਕਿੱਥੇ ਰੁਕ ਸਕਦੇ ਹੋ ਕਿੱਥੇ ਨਹੀਂ। ਹੁਣ ਤੁਸੀਂ ਕੀ ਆ, ਇਸੇ ਸਵਾਲ ਨੂੰ ਤੁਸੀਂ 5 ਤਰੀਕੇ ਨਾਲ 6 ਤਰੀਕੇ ਨਾਲ ਕਰ ਲਓ। ਪਹਿਲੀ ਵਾਰੀ ਤੁਸੀਂ ਦਸ਼ਮਲਵ ਨੂੰ ਇੱਥੇ ਰੋਕ ਲਓ, ਦੇਖੋ ਕੀ ਉੱਤਰ ਬਣਦਾ ਹੈ। ਦੂਜੀ ਵਾਰੀ ਇੱਥੇ ਰੋਕ ਕੇ ਦੇਖੋ, ਦੇਖੋ ਕੀ ਉੱਤਰ ਬਣਦਾ ਹੈ। ਤੀਜੀ ਵਾਰੀ, ਚੌਥੀ ਵਾਰੀ, ਪੰਜਵੀਂ ਵਾਰੀ, ਛੇਵੀਂ ਵਾਰੀ, ਸੱਤਵੀਂ ਵਾਰੀ, ਠੀਕ ਹੈ। ਦੇਖੋ ਇਸੇ ਤਰੀਕੇ ਨਾਲ ਜਦੋਂ ਅਸੀਂ ਕਿਸੇ ਸਵਾਲ ਦੀਆਂ ਬਰੀਕੀਆਂ ਵੱਲ ਜਾਣਾ ਸ਼ੁਰੂ ਕਰ ਦਿੰਦੇ, ਆਪਾਂ ਕਹਿੰਦੇ ਨਹੀਂ ਇਸ ਤਰੀਕੇ ਨਾਲ ਇਸ ਤਰ੍ਹਾਂ ਹੋਏਗਾ, ਇਸ ਤਰੀਕੇ ਨਾਲ ਇਸ ਤਰੀਕੇ ਨਾਲ ਹੋਏਗਾ, ਠੀਕ ਹੈ ਜੀ। ਮੈਂ ਇਸ ਸਵਾਲ ਦੀ ਗੱਲ ਕਰ ਰਿਹਾ ਸੀ, ਠੀਕ ਹੈ ਜੀ। ਮੈਂ ਤੁਹਾਨੂੰ ਕਿਹਾ ਕਿ ਇਹ 5.64 ਗੁਣਾ 10 ਦੀ ਘਾਤ 7 ਹੈ, ਠੀਕ ਹੈ। ਦੂਸਰੀ ਵਾਰ ਮੈਂ ਤੁਹਾਨੂੰ ਕਿਹਾ 564 564 ਗੁਣਾ 10 ਦੀ ਘਾਤ 9 ਹੈ, ਠੀਕ ਹੈ ਜੀ। ਤੁਸੀਂ ਆਪਣੇ ਆਪ ਦੇ ਵਿੱਚ ਦੇਖੋ ਕਿ ਬਈ ਇਹ ਦੋ ਅਲੱਗ-ਅਲੱਗ ਬਣਾਏ ਨੇ ਸਰ ਨੇ, ਕੀ ਮੈਂ ਤੀਸਰਾ ਹੀ ਬਣਾ ਸਕਦਾ ਹਾਂ? ਬਿਲਕੁਲ ਬਣਾ ਸਕਦਾ। ਇੱਕ ਬੱਚਾ ਕਹਿੰਦਾ ਮੈਂ 56.4 ਕਰਨਾ ਹੈ, ਠੀਕ ਹੈ ਜੀ, तो 56.4 ਨਾ ਕਰ ਲਵੇ। ਇੱਕ ਬੱਚਾ ਕਹਿੰਦਾ ਨਹੀਂ ਸਰ ਮੈਂ ਇੱਥੇ 1 0 ਹੋਰ ਪਿੱਛੇ ਲੈਣੀ ਹੈ, ਠੀਕ ਹੈ, ਕੋਈ ਦਿੱਕਤ ਨਹੀਂ ਹੈ। ਤੁਸੀਂ ਆਪਣੇ ਹਿਸਾਬ ਦੇ ਨਾਲ ਇਸ ਚੀਜ਼ ਨੂੰ ਕਰੋ। ਮੈਂ ਤਾਂ ਇਹ ਚੀਜ਼ ਨੂੰ ਮੰਨਦਾ ਹਾਂ ਕਿ ਤੁਸੀਂ ਕਿਸੇ ਸਵਾਲ ਨੂੰ ਕਰਨ ਲੱਗੇ ਜਿੰਨੀਆਂ ਉਸ ਸਵਾਲ ਦੇ ਨਾਲ ਤੁਸੀਂ ਛੇੜਖਾਨੀਆਂ ਕਰੋਗੇ, ਜਿੰਨੇ ਤੁਸੀਂ ਐਕਸਪੈਰੀਮੈਂਟ ਆਪਣੇ ਆਪ ਦੇ ਵਿੱਚ ਲੈਵਲ ਦੇ ਉੱਤੇ ਕਰੋਗੇ, ਉਨਾ ਹੀ ਜਿਹੜਾ ਹੈਗਾ ਆ ਤੁਹਾਡੇ ਉਸ ਟੌਪਿਕ ਦੇ ਉੱਤੇ ਪਕੜ ਜਿਹੜੀ ਹੈਗੀ ਉਹ ਮਜ਼ਬੂਤ ਹੋਏਗੀ, ਠੀਕ ਹੈ ਜੀ। ਅੱਛਾ ਵਿਦਿਆਰਥੀਓ, ਮੈਂ ਉਮੀਦ ਕਰਦਾ ਹਾਂ ਤੁਸੀਂ ਅੱਜ ਦਾ ਜਿਹੜਾ ਲੈਕਚਰ ਹੈਗਾ ਇਹ ਸਮਝਿਆ ਹੋਵੇਗਾ। ਇਹ ਲੈਕਚਰ ਸੀਗਾ ਵਿਦਿਆਰਥੀਓ ਬਹੁਤ ਛੋਟੀਆਂ ਜਿਹੜੀਆਂ ਰਕਮਾਂ ਹੈਗੀਆਂ ਤੇ ਬਹੁਤ ਵੱਡੀਆਂ ਵੀ ਮੈਂ ਚਾਰਟ ਦੇ ਵਿੱਚ ਕਰਵਾਈਆਂ, ਉਹਨਾਂ ਨੂੰ ਮਿਆਰੀ ਰੂਪ ਦੇ ਵਿੱਚ ਕਿਵੇਂ ਲਿਖ ਸਕਦੇ ਹਾਂ ਆਪਾਂ। ਕੀ ਇਹਨਾਂ ਦਾ ਲੈਫਟ ਹੈਂਡ ਰੂਲ ਤੇ ਰਾਈਟ ਹੈਂਡ ਰੂਲ ਸੀਗਾ। ਲੈਫਟ ਹੈਂਡ ਰੂਲ ਦਾ ਮੇਰਾ ਮਤਲਬ ਇਹ ਸੀਗਾ ਕਿ ਜਦੋਂ ਅਸੀਂ ਖੱਬੇ ਤੋਂ ਸੱਜੇ ਵੱਲ ਗਏ ਆ, ਤੇ ਰਾਈਟ ਹੈਂਡ ਰੂਲ ਜਦੋਂ ਸੱਜੇ ਤੋਂ ਖੱਬੇ ਵੱਲ ਨੂੰ ਆਏ ਹਾਂ। ਕਦੋਂ ਅਸੀਂ ਘਾਤ ਜਿਹੜੀ ਘਟਾਓ ਦੀ ਲੈਣੀ ਹੈ, ਕਦੋਂ ਅਸੀਂ ਘਾਤ ਜਿਹੜੀ ਹੈ ਉਹ ਜਮਾ ਦੀ ਲੈਣੀ ਹੈ, ਠੀਕ ਹੈ ਜੀ। ਅਗਲੇ ਲੈਕਚਰ ਦੇ ਵਿੱਚ ਵਿਦਿਆਰਥੀਓ ਅਸੀਂ ਇਹ ਦੱਸਾਂਗੇ ਕਿ ਛੋਟੀਆਂ ਤੇ ਵੱਡੀਆਂ ਰਕਮਾਂ ਨੂੰ ਜੇਕਰ ਅਸੀਂ ਆਪਸ ਦੇ ਵਿੱਚ ਕੰਪੇਅਰ ਕਰਨਾ ਹੋਵੇ, ਉਹਨਾਂ ਦਾ ਆਪਸ ਦੇ ਵਿੱਚ ਅਨੁਮਾਨ ਲਗਾਉਣਾ ਹੋਵੇ ਦੋਨਾਂ ਦਾ ਕਿ ਕੌਣ ਕਿਤੋਂ ਕਿੰਨਾ ਵੱਡਾ ਹੈ ਜਾਂ ਕਿੰਨਾ ਛੋਟਾ ਹੈ, ਆਪਾਂ ਉਹ ਵਾਲਾ ਟੌਪਿਕ ਜਿਹੜੇ ਹੈ ਕਰਾਂਗੇ ਤੇ ਉਸ ਦੇ ਨਾਲ ਦੇ ਸਵਾਲ ਕਰਾਂਗੇ। ਉਹ ਸਵਾਲ ਬਹੁਤ ਇੰਟਰਸਟਿੰਗ ਨੇ। ਤਦ ਤੱਕ ਤੁਸੀਂ ਆਪਣੇ ਇਹਨਾਂ ਟੌਪਿਕਸ ਦੇ ਉੱਤੇ ਤੇ ਇਹਨਾਂ ਰਕਮਾਂ ਦੇ ਉੱਤੇ ਜਿਹੜੀ ਆਪਣੀ ਪਕੜ ਮਜ਼ਬੂਤ ਕਰੋ, ਤਾਂ ਜੋ ਅਗਲਾ ਲੈਕਚਰ ਜਿਹੜਾ ਹੈ ਤੁਹਾਨੂੰ ਬਹੁਤ ਹੀ